पर ये वो लोग ने जिहड़े अपनी गड्डी नाल किसे नूं मार के ते 9वें दिन 8वें दिन 7वें दिन पुलिस की जांच विच पेश होण आउंदे ने ते 50-50 ਲੱਖ ਦੇ वकील इन्हां दे पिछे ਪਹਿਲਾਂ ਹੀ तुरे फिरदे ने। प्रियंका गांधी जो यूपी दे विच कांग्रेस की इंचार्ज आ, जदों वो उस घटना ਵੱਲ जा रहे सी ते उन्हां नूं डिटेन किया गया, रस्ते 'ਚ रोकिया गया ते किते ਰੈਸਟ ਹਾਊਸ ਵਿੱਚ ਉਹਨਾਂ ਨੂੰ ਕੁਝ ਘੰਟੇ ਤਾੜ ਕੇ ਅੰਦਰ ਰੱਖਿਆ ਗਿਆ। ਉਹਨਾਂ ਨੂੰ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜਿਸ ਤਰੀਕੇ ਨਾਲ ਉਹਨਾਂ ਨੂੰ ਪੂਰਾ ਸਮਾਂ ਮਿਲਿਆ ਇਸ ਸਭ ਤੋਂ ਬਚਣ ਲਈ, ਉਸ ਤਰੀਕੇ ਨਾਲ ਇਹ ਲੱਗਦਾ ਆ ਕਿ ਇਸ ਘਟਨਾ ਨੂੰ ਹੋਰ ਪਾਸੇ ਉਲਝਾ ਲਿਆ ਜਾਵੇਗਾ। ਕਤਲ ਜਾਂ ਕੋਈ ਇਹੋ ਜਿਹੀ ਸੱਟ ਫੇਟ ਵਾਲਾ ਮਸਲਾ ਹੋਵੇ ਤੇ ਤੁਹਾਨੂੰ ਉਸੇ ਵੇਲੇ ਪੁਲਿਸ ਜਿਹੜੀ ਆ ਉਹ ਲੱਭਦੀ ਫਿਰਦੀ ਆ, ਉਹਨਾਂ ਦੇ ਹੋਰ ਸਰੋਕਾਰ ਹੁੰਦੇ ਨੇ। ਪਰ ਇੱਥੇ ਗੱਲ ਇਹੀ ਹੈ ਨਾ ਜੀ ਕਿ ਉਹ ਆਮ ਨਾਗਰਿਕ ਨਹੀਂ, ਉਹ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ शहजादा आ, साहबजादा आ, उन्हें कुछ नहीं। अरदास अपील की आ पूरे मुल्क के लोगों को कि जिन्ने लोग उत्थे वध तो वध पहुँच सकते हैं उत्थे पहुँचो। हुणे भी देखना बनेगा कि 12 तरीक को उत्थे यूपी का प्रशासन जिहड़ा आ उत्थे लोगों को इकट्ठे होने की इजाजत दिंदा या फिर दफ़ा 144 ला के उन्होंने अरदास नूं भी छोटियां करन की कोशिश की जाती है। तो जिहड़ा हुण इस कौमी घट गिणती कमीशन ने उस रिपोर्ट की मंग की है, इहनूं तुसीं इदां कह सकते हैं कि ईद पिछों टूंबा जिहड़ा है वो फूकण वाली गल है। ਤੇ जम्मू कश्मीर ਦੇ ਵਿੱਚ ਕੱਲ੍ਹ ਦੀ ਪਰਸੋਂ ਦੀ ਘਟਨਾ ਦੀ ਜਾਂਚ ਉਹਨਾਂ ਨੇ ਅੱਜ ਮੰਗ ਲਈ ਆ ਰਿਪੋਰਟ ਸਟੇਟ ਕੋਲੋਂ। ਤਾਂ ਇਸ ਘਟਨਾ ਦੀ ਜਦੋਂ 3 ਤਰੀਕ ਨੂੰ ਘਟਨਾ ਹੋਈ, ਇਹਦੀ 4 ਤਰੀਕ ਨੂੰ ਕਿਉਂ ਨਹੀਂ ਮੰਗੀ? ਪਹਿਲਾਂ ਗਲਤ ਬੋਲ ਲਿਆ ਤੇ ਫਿਰ ਮੌਨ ਵਰਤ ਰੱਖ ਲਿਆ। ਇਹ ਉਹ ਗੱਲ ਸਮਝਦੇ ਨੇ ਕਿ ਜੇ ਮੇਰੇ ਤੇ ਕੋਈ ਵਿਪਤਾ ਪਈ ਆ ਤੇ ਮੈਂ ਹੁਣ ਇਹਨੂੰ ਟਾਲਣਾ ਕਿਵੇਂ। ਇਹ ਹੁਣ ਜਿਹੜੀ ਭੁੱਲ ਇਹ ਕਿਹੜੀ ਆ ਤੇ ਉਹਦੇ 'ਚ ਸੁਧਾਰ ਕੀ ਕਰਨਾ, ਉਹਦੇ 'ਚ ਤਾਂ ਇਹ ਦੋਨੋਂ ਪਾਰਟੀਆਂ ਦੱਸ ਸਕਦੀਆਂ, ਕਿਉਂਕਿ ਹਾਲੇ ਇਹਨਾਂ ਦੇ ਭਾਸ਼ਣ ਜਿਹੜੇ ਆ ਸਾਹਮਣੇ ਨਹੀਂ ਆਏ। ਸ਼ਰਧਾਂਜਲੀ ਤੁਸੀਂ ਇਹ ਦੱਸੋ ਕਿ ਤੁਸੀਂ ਪਿਛਲੇ 15 ਸਾਲਾਂ 'ਚ ਕਿੱਥੇ ਤੇ ਕਦੋਂ ਜਾਂ ਕਿੰਨੀ ਕੁ ਵਾਰ ਤੁਸੀਂ ਬਾਬੂ ਕਾਂਸ਼ੀ ਰਾਮ ਜੀ ਨੂੰ ਯਾਦ ਕੀਤਾ? ਸਾਰੇ ਹੀ ਲੀਡਰਾਂ ਨੂੰ, ਸਾਰੀਆਂ ਹੀ ਪਾਰਟੀਆਂ ਦੀਆਂ। ਇਹ ਲੋਕ, ਇਹ ਵੱਡੇ ਵੱਡੇ ਲੋਕ, ਇਹ ਪੁਰਾਣੇ ਸਤੰਭ ਉਦੋਂ ਹੀ ਯਾਦ ਆਉਂਦੇ ਨੇ ਜਦੋਂ ਵੋਟਾਂ ਦੇ ਦਿਨ ਨੇੜੇ ਹੁੰਦੇ ਨੇ, ਜਾਂ ਫਿਰ ਜਦੋਂ ਉਸ ਫਿਰਕੇ, ਉਸ ਸਮੂਹ, ਉਸ ਜਾਤੀ, ਉਸ ਧਰਮ ਦੇ ਲੋਕਾਂ ਨੂੰ ਆਪਣੇ ਨੇੜੇ ਲਿਆਉਣ ਦੇ ਯਤਨ ਕਰਦੇ ਨੇ। सत श्री अकाल। पंजाबी नैशनल टीवी के विचार चर्चा प्रोग्राम 'ਚ आप दर्शकों का स्वागत करते हैं। देश ਵਿੱਚ ਦਿਨੋਂ ਦਿਨ ਵੱਧ ਰਿਹਾ ਅਰਾਜਕਤਾ ਦਾ ਮਾਹੌਲ, ਕਿਹੜੇ ਸਿਆਸਤਦਾਨ ਦੇ ਫਿਰ ਬਿਗੜੇ ਬੋਲ, ਕੌਮੀ ਘੱਟ ਗਿਣਤੀ ਕਮਿਸ਼ਨ ਨੇ ਕਿਸ ਤੋਂ ਮੰਗਿਆ ਜਵਾਬ, ਇਸ ਦੇ ਨਾਲ ਕੁਝ ਹੋਰ ਮੁੱਦਿਆਂ ਤੇ ਜਾਣਾਂਗੇ ਆਪਣੇ ਮਾਹਿਰ ਮਹਿਮਾਨ ਦੇ ਵਿਚਾਰ। ਤੇ ਸਾਡੇ ਨਾਲ ਅੱਜ ਸਟੂਡੀਓ 'ਚ ਮੌਜੂਦ ਹੈ ਅੰਮ੍ਰਿਤਪਾਲ ਸ਼ਰਮਾ ਜੀ। ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ। शुक्रिया परमिंदर जी, सत श्री अकाल। शर्मा जी, शुरुआत उस घटना तो करते हैं जिसने देश ਨੂੰ ਕੁਝ ਦਿਨ ਪਹਿਲਾਂ ਝੰਜੋੜ ਕੇ ਰੱਖਿਆ। ਕੋਈ ਕਾਰਵਾਈ ਨਹੀਂ ਸੀ ਹੋ ਰਹੀ ਤੇ ਅੱਜ ਉੱਤੇ ਕੁਝ ਕਾਰਵਾਈ ਨਜ਼ਰ ਆਉਂਦੀ ਲੱਗਦੀ ਹੈ। ਲਖੀਮਪੁਰ ਦੀ ਘਟਨਾ ਹੈ, ਅੱਜ ਉਸ ਘਟਨਾ ਦੇ ਵਿੱਚ ਕੀ ਨਵਾਂ ਹੋ ਰਿਹਾ ਹੈ? ਲਖੀਮਪੁਰ ਖੀਰੀ ਤੁਸੀਂ ਕਹਿੰਦੇ ਆ ਦੇਸ਼ ਨੂੰ ਝੰਜੋੜ ਕੇ ਰੱਖਿਆ, ਪਰ ਜਿਹੜੀ ਸੱਤਾਧਾਰੀ ਧਿਰ ਆ ਉਹਨਾਂ ਲਈ ਉਹੀ ਦੇਸ਼ ਨੇ ਤੇ ਉਹੀ ਸਰਕਾਰ ਆ ਤੇ ਉਹੀ ਸਾਰਾ ਕੁਝ ਆ। ਉਹਨਾਂ ਨੂੰ ਲੱਗਦਾ ਕਿ ਹੋਇਆ ਹੀ ਕੁਝ ਨਹੀਂ ਜੀ। ਜੇਕਰ ਸਾਰੇ ਦੇਸ਼ ਨੂੰ ਵਾਕਿਆ ਹੀ ਇਸ ਘਟਨਾ ਨੇ ਝੰਜੋੜਿਆ ਹੁੰਦਾ ਤੇ ਫਿਰ ਉਹ ਬੰਦਾ ਪੁਲਿਸ ਦੇ ਸੱਦਣ ਤੇ ਵੀ ਆਪਣੀ ਸਿਹਤ ਦਾ ਹਵਾਲਾ ਦੇ ਕੇ ਇੱਕ ਦਿਨ ਦੀ ਹੋਰ ਛੁੱਟੀ ਨਾ ਮਨਾਉਂਦਾ ਤੇ ਦੂਸਰੇ ਦਿਨ ਵੀ 2 ਵਕੀਲ, ਇੱਕ ਵਿਧਾਇਕ ਨੂੰ ਨਾਲ ਲੈ ਕੇ ਇੱਦਾਂ ਆ ਰਿਹਾ ਸੀ ਜਿੱਦਾਂ ਉਹ ਕਿਤੇ ਵਾਕਿਆ ਹੀ ਵਿਆਹ ਦੇ ਸੱਦੇ ਤੇ ਜਾ ਰਿਹਾ, ਸੋਹਣੇ ਚਿੱਟੇ ਕੱਪੜੇ ਪ੍ਰੈਸ ਕੀਤੇ ਹੋਏ। ਮੈਂ ਨਹੀਂ ਕਹਿੰਦਾ ਕਿ ਉਹਨੂੰ ਕੱਪੜੇ ਗੰਦੇ ਪਾਉਣੇ ਚਾਹੀਦੇ ਸੀ, ਪਰ ਜੋ ਉਹਦਾ ਆਉਣ ਦਾ ਤਰੀਕਾ ਸੀ, ਜੋ ਉਹਦਾ ਪੁਲਿਸ ਦੀ ਜਾਂਚ ਵਿੱਚ ਪੇਸ਼ ਹੋਣ ਵੇਲੇ ਜੋ ਉਹਦਾ ਐਟੀਟਿਊਡ ਸੀਗਾ, ਉਹ ਤੋਂ ਲੱਗਦਾ ਨਹੀਂ ਸੀ ਕਿ ਉਹ ਕਿਸੇ ਜਾਂਚ 'ਚ ਪੇਸ਼ ਹੋਣ ਲਈ ਆਇਆ। ਜੇ ਇਸੇ ਘਟਨਾ ਦੀ ਗੱਲ ਅਸੀਂ 2-3 ਦਿਨ ਪਹਿਲਾਂ ਵਾਲੀ ਘਟਨਾ, ਜਿਸ ਦਿਨ ਇਹ ਘਟਨਾ ਵਾਪਰਦੀ ਹੈ ਉਸ ਤੋਂ ਅਗਲੇ ਦਿਨ ਜੋ ਗੱਲਬਾਤ ਹੋਈ, ਪ੍ਰਿयंका ਗਾਂਧੀ ਜੋ यूपी ਦੇ ਵਿੱਚ ਕਾਂਗਰਸ ਦੀ ਇੰਚਾਰਜ ਆ, ਜਦੋਂ ਉਹ ਉਸ ਘਟਨਾ ਵੱਲ ਜਾ ਰਹੇ ਸੀ ਤੇ ਉਹਨਾਂ ਨੂੰ ਡਿਟੇਨ ਕੀਤਾ ਗਿਆ, ਰਸਤੇ 'ਚ ਰੋਕਿਆ ਗਿਆ ਤੇ ਕਿਤੇ ਰੈਸਟ ਹਾਊਸ ਵਿੱਚ ਉਹਨਾਂ ਨੂੰ ਕੁਝ ਘੰਟੇ ਤਾੜ ਕੇ ਅੰਦਰ ਰੱਖਿਆ ਗਿਆ ਤੇ ਉਹਨਾਂ ਨੂੰ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਤੇ ਇਹ ਜਿਹੜਾ ਉਸ ਘਟਨਾ ਦਾ ਮੁੱਖ ਦੋਸ਼ੀ ਆ, ਉਹਦੇ ਘਰ ਦੇ ਬਾਹਰ ਹੁਕਮ ਜਿਹੜੇ ਆ, ਅਦਾਲਤ ਦੇ ਸਮਨ, ਜਿਹੜੇ ਕੋਰਟ ਦੇ ਪੁਲਿਸ ਦੇ ਸਮਨ ਨੇ ਜਿਹੜੇ ਚਿਪਕਾਏ ਜਾਂਦੇ ਨੇ ਤੇ ਉਹ ਬਾਅਦ ਵਿੱਚ ਇੱਕ ਚਿੱਠੀ ਲਿਖ ਕੇ ਭੇਜਦਾ ਆ ਆਪਣੇ ਵਕੀਲ ਹਰੀਸ਼ ਸਾਲਵੇ ਕੋਲ, ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਹਰੀਸ਼ ਸਾਲਵੇ ਆਪਣੇ ਨਾਂ ਦੇ ਨਾਲ QC ਲਿਖਦੇ ਨੇ, ਕੁਈਨਜ਼ ਕਾਉਂਸਲ, ਕਿ ਉਹ ਇੰਗਲੈਂਡ ਦੀ ਮਹਾਰਾਣੀ ਦੇ ਵਕੀਲਾਂ ਦੇ ਵਿੱਚ ਵੀ ਸ਼ੁਮਾਰ ਨੇ। ਤੇ ਅਸੀਂ ਹਾਲਾਂਕਿ ਕਦੀ ਸਾਲਵੇ ਸਾਹਿਬ ਨੂੰ ਕਿਸੇ ਕੇਸ ਲਈ ਹਾਇਰ ਨਹੀਂ ਕੀਤਾ, ਨਾ ਹੀ ਅਸੀਂ ਕਰ ਸਕਦੇ ਹਾਂ, ਪਰ ਸੁਣਨ 'ਚ ਆਇਆ ਕਿ ਉਹ ਇੱਕ ਕੇਸ ਦੀ ਜਿਹੜੀ ਫੀਸ ਆ ਉਹ 50 ਲੱਖ ਤੋਂ ਉੱਪਰ ਲੈਂਦੇ ਨੇ ਤੇ ਉਹਨਾਂ ਨੂੰ यूपी ਸਰਕਾਰ ਨੇ ਉੱਥੇ ਭੇਜਿਆ। ਚਾਹੇ यूपी ਸਰਕਾਰ ਨੇ ਭੇਜਿਆ, ਚਾਹੇ ਗ੍ਰਹਿ ਰਾਜ ਮੰਤਰੀ ਨੇ ਭੇਜਿਆ,
ਪਰ ਇਹ ਉਹ ਲੋਕ ਨੇ ਜਿਹੜੇ ਆਪਣੀ ਗੱਡੀ ਨਾਲ ਕਿਸੇ ਨੂੰ ਮਾਰ ਕੇ ਤੇ 9ਵੇਂ ਦਿਨ 8ਵੇਂ ਦਿਨ 7ਵੇਂ ਦਿਨ ਪੁਲਿਸ ਦੀ ਜਾਂਚ ਵਿੱਚ ਪੇਸ਼ ਹੋਣ ਆਉਂਦੇ ਨੇ ਤੇ 50-50 ਲੱਖ ਦੇ ਵਕੀਲ ਇਹਨਾਂ ਦੇ ਪਿੱਛੇ ਪਹਿਲਾਂ ਹੀ ਤੁਰੇ ਫਿਰਦੇ ਨੇ। ਤੇ ਤੁਸੀਂ ਗੱਲ ਕੀਤੀ ਦੇਸ਼ ਨੂੰ ਝੰਜੋੜਨ ਦੀ, ਬਿਲਕੁਲ ਠੀਕ ਹੈ। ਜਿਹੜੇ ਦੇਸ਼ ਦੇ ਲੋਕ ਨੇ, ਜਿਹੜੇ ਕਿਸਾਨੀ ਨਾਲ ਜੁੜੇ ਹੋਏ ਲੋਕ ਨੇ, ਜਿਹੜੇ ਆਮ ਲੋਕ ਨੇ, ਜਿਹੜੇ ਸਰਕਾਰ ਨੂੰ ਵੋਟ ਪਾ ਕੇ ਨਿਸ਼ਚਿੰਤ ਸ਼ਾਂਤੀ ਵਾਲੀ ਜ਼ਿੰਦਗੀ ਜੀਣ ਵਾਲੇ ਲੋਕ ਨੇ, ਜਿਹੜੇ ਆਸ ਕਰਦੇ ਨੇ ਕਿ ਸਰਕਾਰ ਨੂੰ ਉਹ ਮਾਈ ਬਾਪ ਕਹਿੰਦੇ ਨੇ, ਜਿਹੜੇ ਇਹ ਗੱਲ ਦੀ ਤਵੱਕੋਂ ਰੱਖਦੇ ਨੇ ਕਿ ਸਰਕਾਰ ਉਹਨਾਂ ਦੇ ਹੱਕਾਂ ਦੀ ਰਾਖੀ ਕਰੇਗੀ, ਜਿਹੜੇ ਇਹ ਗੱਲ ਦੀ ਤਵੱਕੋਂ ਰੱਖਦੇ ਨੇ ਕਿ ਉਹ 8 ਘੰਟੇ 10 ਘੰਟੇ 12 ਘੰਟੇ ਮਿਹਨਤ ਮਜ਼ਦੂਰੀ ਕਰਨਗੇ, ਜਿਹੜਾ ਵੀ ਕਿੱਤਾ ਉਹਨਾਂ ਦੇ ਲੇਖੇ 'ਚ ਲਿਖਿਆ ਹੋਇਆ ਉਹ ਕੰਮ ਕਰਨਗੇ, ਪਰ ਉਸ ਤੋਂ ਬਾਅਦ ਉਹਨਾਂ ਨੂੰ ਕਿਸੇ ਵੀ ਕੰਮ ਲਈ, ਕਿਸੇ ਵੀ ਗੱਲ ਲਈ ਜੇ ਮੁਸ਼ਕਲ ਆਵੇਗੀ ਤੇ ਉਹਨਾਂ ਦੀ ਚੁਣੀ ਹੋਈ ਸਰਕਾਰ ਉੱਥੇ ਹੈ। ਉਹ ਜ਼ਰੂਰ ਇਸ ਗੱਲ ਨਾਲ ਝੰਜੋੜੇ ਗਏ ਕਿਉਂਕਿ ਜਿਹੜੀ ਉਸ ਘਟਨਾ ਨੂੰ ਅੰਜਾਮ ਦੇਣ ਵਾਲੀ ਗੱਡੀ ਸੀ ਉਹ ਦੇਸ਼ ਦੇ ਸਭ ਤੋਂ ਵੱਡੇ ਮਹਿਕਮੇ ਹੋਮ ਮਿਨਿਸਟਰੀ ਦੇ ਹੀ ਸਬੋਰਡੀਨੇਟ ਮੰਤਰੀ ਦੇ ਨਾਮ ਤੇ ਰਜਿਸਟਰਡ ਗੱਡੀ ਸੀ ਜੀ। ਜਿਹੜੀ ਅੱਜ ਦੀ ਘਟਨਾਕ੍ਰਮ ਕਿ ਸੁਪਰੀਮ ਕੋਰਟ ਨੇ 2 ਦਿਨ ਲਈ ਉਹਦੀ ਸੁਣਵਾਈ ਕੀਤੀ, ਸੂ ਮੋਟੋ ਲਿਆ। ਕੱਲ੍ਹ ਉਹਨਾਂ ਦੇ ਬਾਪ ਜਿਹੜੇ ਅਜੇ ਮਿਸ਼ਰਾ ਨੇ, ਜਿਹੜੇ ਕਿ ਗ੍ਰਹਿ ਰਾਜ ਮੰਤਰੀ ਨੇ, ਉਹ ਇੱਕ ਪੱਤਰਕਾਰਾਂ ਨੂੰ ਕਹਿੰਦੇ ਨਜ਼ਰ ਆਏ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਉਹ ਕੱਲ੍ਹ ਸਾਰਾ ਕੁਝ ਦੱਸਣਗੇ ਪਰ ਉਹ ਨਿਰਦੋਸ਼ ਨੇ ਜੀ। ਠੀਕ ਆ, ਉਹਨਾਂ ਨੇ ਆਪਣੇ ਬੇਟੇ ਨੂੰ ਇਹ ਕਹਿਣਾ ਹੀ ਆ ਕਿ ਨਿਰਦੋਸ਼ ਹੈ। ਜਦੋਂ ਤੱਕ ਕੋਈ ਦੋਸ਼ ਸਾਬਤ ਨਹੀਂ ਹੁੰਦਾ ਤਦ ਤੱਕ ਹਰ ਬੰਦਾ ਨਿਰਦੋਸ਼ ਹੀ ਹੁੰਦਾ। ਚੋਰ ਚੋਰੀ ਤੱਕ ਫੜੇ ਜਾਣ ਤੱਕ, ਸਜ਼ਾ ਮਿਲਣ ਤੱਕ ਵੀ ਇਹੀ ਕਹਿੰਦਾ ਕਿ ਉਹ ਨਿਰਦੋਸ਼ ਹੈ ਜੀ। ਤੇ ਕੱਲ੍ਹ ਉਹ ਪੇਸ਼ ਨਹੀਂ ਹੋਏ ਸੀ, ਅੱਜ ਉਹ ਪੇਸ਼ ਹੋਏ ਨੇ। ਪੇਸ਼ ਹੋਣ ਤੋਂ ਬਾਅਦ ਉਹਨਾਂ ਨਾਲ ਜਿਹੜੀ ਸਿੱਟ ਆ, ਵਿੱਚ ਪੁਲਿਸ ਆਫੀਸਰ ਨੇ, ਕੁਝ ਹੋਰ ਪੁਲਿਸ ਦੇ ਆਲਾ ਅਧਿਕਾਰੀ ਨੇ, ਉਹ ਜਾਂਚ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਨੇ। ਪਰ ਜਿਸ ਤਰੀਕੇ ਨਾਲ ਉਹਨਾਂ ਦੀ ਪੇਸ਼ੀ ਹੋਈ ਆ, ਜਿਸ ਤਰੀਕੇ ਨਾਲ ਉਹਨਾਂ ਨੂੰ ਪੂਰਾ ਸਮਾਂ ਮਿਲਿਆ ਇਸ ਸਭ ਤੋਂ ਬਚਣ ਲਈ, ਉਸ ਤਰੀਕੇ ਨਾਲ ਇਹ ਲੱਗਦਾ ਆ ਕਿ ਇਸ ਘਟਨਾ ਨੂੰ ਹੋਰ ਪਾਸੇ ਉਲਝਾ ਲਿਆ ਜਾਵੇਗਾ। ਤੇ ਬਹੁਤੀ ਕੋਈ ਅਤਕਥਨੀ ਨਹੀਂ ਹੈਗੀ ਕਿ ਜੇ ਇਹ ਕੇਸ ਵੀ ਬਹੁਤੇ ਕੇਸਾਂ ਵਾਂਗ ਮਿੱਟੀ ਘੱਟੇ 'ਚ ਹੀ ਫਾਈਲਾਂ ਰੁਲਦੀਆਂ ਰਹਿਣ ਤੇ ਪਿਆ ਰਵੇ, ਕਿਸੇ ਨੂੰ ਕੀ ਫਰਕ ਪੈਂਦਾ। ਮੈਂ ਪਹਿਲਾਂ ਵੀ ਇੱਕ ਦਿਨ ਗੱਲ ਕੀਤੀ ਸੀ ਕਿ ਬੰਦੇ ਹੀ 4 ਮਰੇ ਆ, ਕਿਹੜਾ ਕੋਈ ਰਾਸ਼ਟਰੀ ਜਾਨਵਰ ਮਾਰ ਦਿੱਤਾ ਉਹਨਾਂ ਨੇ ਜਿਹੜਾ ਕੋਈ ਬਹੁਤ ਜਲਦੀ ਕੇਸ ਕਰਕੇ ਤੇ ਉਹਦੇ ਤੇ ਕੋਈ ਵੱਡੀਆਂ ਧਾਰਾ ਲਾ ਕੇ ਚੱਕ ਲਿਆ ਜਾਵੇ, ਜਾਂ ਕਿਹੜਾ ਮੁਜ਼ੱਫਰਨਗਰ 'ਚ ਕਿਸੇ ਦੀ ਫਰਿੱਜ ਦੇ ਵਿੱਚੋਂ ਕੋਈ ਮੀਟ ਦਾ ਟੁਕੜਾ ਨਿਕਲ ਆਇਆ ਜਿਹੜਾ ਉੱਥੇ ਦੰਗੇ ਭੜਕ ਜਾਣ ਤੇ ਇਹਨਾਂ ਨੂੰ ਵੀ ਕੁੱਟ-ਕੁੱਟ ਕੇ ਮਾਰ ਦਿੱਤਾ ਜਾਵੇ। ਕਾਨੂੰਨ ਆਪਣਾ ਕੰਮ ਕਰੇਗਾ। ਅਸੀਂ ਇਹ ਹਰ ਕੇਸ ਤੋਂ ਬਾਅਦ ਸੁਣਦੇ ਹਾਂ, ਹਰ ਵੱਡੀ ਘਟਨਾ ਤੋਂ ਬਾਅਦ ਵੱਡੇ ਵੱਡੇ ਲੀਡਰ, ਵੱਡੇ ਵੱਡੇ ਅਫਸਰ ਇਹੀ ਬੋਲਦੇ ਨੇ ਕਿ ਕਾਨੂੰਨ ਆਪਣਾ ਕੰਮ ਕਰੇਗਾ, ਲਾਅ ਵਿਲ ਟੇਕ ਇਟਸ ਓਨ ਪਾਥ। ਪਰ ਇੱਥੇ ਤਾਂ ਇਹ ਵੀ ਨਹੀਂ ਕਿਸੇ ਨੇ ਕਿਹਾ। ਯੂਪੀ ਦੇ ਹੀ ਮੁੱਖ ਮੰਤਰੀ ਨੇ ਇਹ ਗੱਲ ਕਹੀ ਕਿ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਵੇਗੀ, ਪਹਿਲਾਂ ਜਾਂਚ ਹੋਵੇਗੀ। ਸੁਪਰੀਮ ਕੋਰਟ ਨੇ ਇਹ ਗੱਲ ਸਾਫ਼-ਸਾਫ਼ ਕਹੀ ਕਿ 302 ਦੀ ਘਟਨਾ ਦੇ ਵਿੱਚ ਤੁਸੀਂ ਉਹਨੂੰ ਸਮਨ ਕਿਉਂ ਭੇਜਿਆ, ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ। ਸੋ ਹੁਣ ਉਹ ਜਾਂਚ ਜਿਹੜੀ ਆ ਉਹ ਕਿਸ ਤਰੀਕੇ ਨਾਲ ਚੱਲੇਗੀ, ਕਿਸ ਪਾਸੇ ਨੂੰ ਚੱਲੇਗੀ, ਕਿੱਦਾਂ ਜਾਂਚ ਹੋਏਗੀ, ਕਿੰਨਾ ਉਹਦੇ 'ਚ ਟਾਈਮ ਲੱਗੇਗਾ, ਤੇ ਜਿਹੜੀ ਅਗਲੀ ਸਾਡੇ ਦਿਮਾਗ ਦੇ ਵਿੱਚ ਇਹ ਘਟਨਾ ਰਹਿੰਦੀ ਆ ਕਿ ਇੱਥੇ ਕੁਝ ਨਹੀਂ ਹੋਣਾ, ਕਿ ਇਹੀ ਸੱਚ ਹੋਵੇਗਾ। ਇਹ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ ਹੋਵੇਗੀ। ਪਰ ਜਿੱਦਾਂ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਨੇ ਬਹੁਤੇ ਕੇਸਾਂ ਨੂੰ ਹੱਥ ਪਾਇਆ, 2 ਦਿਨ ਜਾਂ 4 ਦਿਨ ਜਾਂ 2-4 ਵਾਰ ਕਮੈਂਟਸ ਕੀਤੇ, ਉਸ ਤੋਂ ਲੱਗਦਾ ਆ ਕਿ ਸੁਪਰੀਮ ਕੋਰਟ ਵੀ ਇੱਕ ਸ਼ੌਕ ਅਬਜ਼ਰਵਰ ਵਾਲੀ ਭੂਮਿਕਾ ਨਿਭਾ ਰਹੀ ਆ ਕਿ ਜਦੋਂ ਉਹਨਾਂ ਨੂੰ ਲੱਗਦਾ ਆ ਕਿ ਕੋਈ ਮਸਲਾ ਵਿਗੜਨ ਵਾਲਾ ਆ ਉਦੋਂ ਉਹਦੇ 'ਤੇ ਸੂ ਮੋਟੋ ਵੀ ਲੈਂਦੇ ਨੇ ਜਾਂ ਕੋਈ PIL ਨੂੰ ਵੀ ਅਡਾਪਟ ਕਰਦੇ ਨੇ, ਪਰ ਉਹਨੂੰ ਤੋੜ ਤੱਕ ਲੈ ਕੇ ਜਾਣ ਦੇ ਵਿੱਚ ਸਮਰੱਥ ਨਹੀਂ ਹੁੰਦੇ। ਉਹਨਾਂ ਦੀਆਂ ਆਪਣੀਆਂ ਕੁਝ ਪਰੇਸ਼ਾਨੀਆਂ, ਕੁਝ ਮਜਬੂਰੀਆਂ, ਕੁਝ ਕੰਮ ਦਾ ਲੋਡ ਹੋਵੇਗਾ, ਜਾਂ ਫਿਰ ਉਹਨਾਂ ਦਾ ਕੋਈ ਕੰਮ ਕਰਨ ਦਾ ਤਰੀਕਾ ਹੋਵੇਗਾ, ਜਾਂ ਕੋਈ ਤਕਨੀਕੀ ਅੜਚਣਾਂ ਉਹਦੇ 'ਚ ਹੋਣਗੀਆਂ। ਪੈਗਾਸਸ ਮਾਮਲੇ ਦੀ ਅਸੀਂ ਗੱਲ ਕੀਤੀ ਸੀ, ਪੂਰੇ ਦੁਨੀਆ ਦੇ ਵਿੱਚ ਆਫਤ ਆਈ ਸੀ ਕਿ ਪੈਗਾਸਸ ਇੱਕ ਵੱਡਾ ਘਪਲਾ, ਇੱਕ ਵੱਡਾ ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਇੱਕ ਮਸਲਾ ਆ ਕਿ ਕਿਸੇ ਦੀ ਵੀ ਜਿਹੜੀ ਪੁਲਿਸ ਆ, ਜਿਹੜੀ ਸਰਕਾਰ ਆ, ਉਹ ਜਾਂਚ ਪੜਤਾਲ ਕਰ ਸਕਦੀ ਆ, ਕਿਸੇ ਦੀ ਵੀ ਨਿੱਜੀ ਜੀਵਨ ਦੇ ਵਿੱਚ ਉਹ ਦਖਲਅੰਦਾਜ਼ੀ ਕਰ ਸਕਦੀ ਆ ਜੀ। ਸਰਕਾਰ ਉਹਦੇ 'ਚ 1 ਵਾਰ ਪੇਸ਼ ਹੋਈ, 2 ਵਾਰ ਪੇਸ਼ ਹੋਈ, ਸਰਕਾਰ ਦਾ ਰਵੱਈਆ ਉਹਦੇ 'ਚ ਬਿਲਕੁਲ ਢਿੱਲ ਮੱਠ ਵਾਲਾ ਸੀ। ਫਿਰ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਉਹਦੇ ਲਈ ਕਮੇਟੀ ਬਣਾ ਦਿਆਂਗੇ ਜਾਂ ਅਸੀਂ ਉਹਦੇ ਲਈ ਕੋਈ ਫੈਸਲਾ ਦੇ ਦਿਆਂਗੇ, ਫਿਰ ਤੁਹਾਨੂੰ ਮੁਸ਼ਕਲ ਹੋਵੇਗੀ। ਪਰ ਉਹ ਜਿਹੜੀ ਗੱਲ ਸੀ ਉਹ ਮੁੜ ਕੇ ਕਦੇ ਲੱਭੀ ਨਹੀਂ। ਗੱਲ ਜਿਹੜੀ ਆ ਉਹ ਰੁਕੀ ਹੋਈ ਨਜ਼ਰ ਆਉਂਦੀ ਆ। ਇਸੇ ਤਰੀਕੇ ਨਾਲ ਹੋਰ ਕਈ ਮਸਲਿਆਂ ਦੇ ਵਿੱਚ ਇਹ ਜਿਹੜੀ ਗੱਲ ਸਾਹਮਣੇ ਆਉਂਦੀ ਆ। ਇਸ ਕੇਸ ਦੇ ਵਿੱਚ ਵੀ ਸੂ ਮੋਟੋ ਜ਼ਰੂਰ ਲਿਆ ਗਿਆ, ਪਰ ਹੁਣ ਜਿਹੜੀ ਅਗਲੀ ਸੁਣਵਾਈ ਆ ਉਹ 20 ਤਰੀਕ ਤੇ ਰੱਖ ਦਿੱਤੀ ਗਈ। 20 ਤਰੀਕ ਤੱਕ ਮੈਂ ਤੁਹਾਨੂੰ ਟੋਕਦੀ ਹਾਂ ਵਿੱਚੋਂ, ਸੋਸ਼ਲ ਮੀਡੀਆ ਤੇ ਇੰਨੀਆਂ ਸਾਰੀਆਂ ਵੀਡੀਓ ਨੇ ਪ੍ਰੂਫ ਕਰਦੀਆਂ ਨੇ ਇਸ ਘਟਨਾ ਦੀ ਸੱਚਾਈ ਨੂੰ। ਕਿਆ ਸੁਪਰੀਮ ਕੋਰਟ ਤੇ ਸਾਡੀ ਕਾਨੂੰਨ ਵਿਵਸਥਾ ਜਾਂ ਦੇਸ਼ ਦੇ ਆਗੂ ਨੇ, ਉਹਨਾਂ ਨੂੰ ਨਜ਼ਰ ਨਹੀਂ ਆਉਂਦੀ ਸੱਚਾਈ? ਦੇਖੋ, ਇਹਨੂੰ ਤੁਸੀਂ ਗੱਲ ਨੂੰ ਬਿਲਕੁਲ ਦੂਜੇ ਪਾਸੇ ਰੱਖ ਕੇ ਸਮਝੋ ਜੀ। ਪਹਿਲਾਂ ਤਾਂ ਜਾਂਚ ਹੋਣੀ ਆ, ਇਹ ਗੱਲ ਤਾਂ ਕਨਫਰਮ ਆ ਕਿ ਜਾਂਚ ਉਹਦੀ ਹੋਣੀ ਆ, ਇਨਕੁਆਇਰੀ ਹੋਣੀ ਆ ਜੀ। ਸਭ ਤੋਂ ਪਹਿਲਾਂ ਅਸਲ ਦੇ ਵਿੱਚ ਜਦੋਂ ਕੋਈ ਘਟਨਾ ਘਟਦੀ ਆ ਤੇ ਗ੍ਰਿਫਤਾਰੀ ਹੋਣੀ ਆ ਜੀ।
ਯੂਪੀ ਦੇ ਜਦੋਂ ਅਸੀਂ ਅੱਜ ਅੰਕੜਿਆਂ ਦੀ ਕਿਸੇ ਹੋਰ ਪੱਤਰਕਾਰ ਦੀ ਗੱਲ ਮੈਂ ਸੁਣਦਾ ਸੀ ਤੇ ਅੰਕੜਿਆਂ ਦੀ ਗੱਲ ਕਰਦੇ ਸੀ ਤੇ ਉਹ ਕਤਲ ਦੇ ਕੇਸ ਦੇ ਵਿੱਚ, ਬੱਚਿਆਂ ਦੇ ਨਾਲ ਹੋਏ ਘਟਨਾਵਾਂ ਦੇ ਕੇਸ ਦੇ ਵਿੱਚ, ਮਹਿਲਾਵਾਂ ਨਾਲ ਹੋਏ ਰੇਪ ਜਾਂ ਹੋਰ ਘਟਨਾਵਾਂ ਦੇ ਕੇਸ ਦੇ ਵਿੱਚ ਉਹ 1 ਤੋਂ 2 ਦਿਨ ਦੇ ਅੰਦਰ ਅੰਦਰ ਔਨ ਐਨ ਐਵਰੇਜ ਬੰਦੇ ਨੂੰ ਗ੍ਰਿਫਤਾਰ ਕਰ ਲੈਂਦੇ ਨੇ। ਕੇਸ ਲੰਬੇ ਚੱਲਦੇ ਨੇ, ਉਹ ਇੱਕ ਅਲੱਗ ਪ੍ਰਕਿਰਿਆ ਆ। ਪਰ ਸਭ ਤੋਂ ਪਹਿਲਾਂ ਪੁਲਿਸ ਦੀ ਕਾਰਜਕਾਰੀ ਦੀ ਅਸੀਂ ਗੱਲ ਕਰਦੇ ਹਾਂ। ਪਰ ਇਸ ਕੇਸ ਦੇ ਵਿੱਚ 5-6 ਦਿਨ ਜਾਂ 7 ਦਿਨ ਜਿਹੜੇ ਨੇ ਜਾਂ 8 ਦਿਨ ਹੀ ਲਗਭਗ ਲੱਗ ਗਏ ਨੇ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਕਿ ਪ੍ਰਾਈਮਲੀ ਕਿ ਉਸ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ, ਉਹਨੂੰ ਜਿਹੜਾ ਆ ਡੀਬਾਰ ਕੀਤਾ ਜਾਵੇ, ਉਹ ਜੇਲ੍ਹ ਦੇ ਵਿੱਚ ਜਾਵੇ ਜਾਂ ਉਹ ਜਿਹੜੀ ਹਵਾਲਾਤ ਆ ਉਹਦੇ ਵਿੱਚ ਜਾਵੇ। ਉਸ ਤੋਂ ਬਾਅਦ ਉਹ ਤੋਂ ਪੁੱਛਗਿੱਛ ਹੋਣੀ ਆ। ਫਿਰ ਪੁਲਿਸ ਨੇ ਜਿਹੜੀ ਆ ਉਹ ਤਫਤੀਸ਼ ਜਿਹੜੀ ਆਪਣੀ ਪੂਰੀ ਕਰਨੀ ਆ। ਉਸ ਟਾਈਮ ਦੇ ਉੱਤੇ ਪੁਲਿਸ ਦੀ ਇਨਕੁਆਇਰੀ ਜਦੋਂ ਹੋਣੀ ਆ, ਉਦੋਂ ਉਹਨਾਂ ਬਿਆਨਾਂ ਦੀ, ਉਹਨਾਂ ਫੁਟੇਜ ਦੀ, ਉਹਨਾਂ ਸਾਰੀਆਂ ਵੀਡੀਓਜ਼ ਦੀ ਅਤੇ ਚਸ਼ਮਦੀਦ ਲੋਕਾਂ ਦੀ ਅਤੇ ਉਹ ਜਿਹੜੇ ਮਾਰੇ ਗਏ ਨੇ ਉਹਨਾਂ ਦੇ ਧਿਰਾਂ ਦੀ, ਫਿਰ ਉਹਨਾਂ ਦੇ ਨਾਲ ਜਿਨ੍ਹਾਂ ਨੇ ਵੀ ਕੇਸ ਰਜਿਸਟਰਡ ਕਰਾਇਆ FIR ਜਿਹਦੇ ਬਿਆਨਾਂ 'ਤੇ ਹੁੰਦੀ ਆ, ਉਹਨਾਂ ਸਾਰਿਆਂ ਦੀ ਜਿਹੜੀ ਪੁੱਛ ਪੜਤਾਲ ਉਹ ਪੁਲਿਸ ਨੇ ਕਰਨੀ ਆ। ਫਿਰ ਉਹਨਾਂ ਨੇ ਇੱਕ ਜਿਹੜਾ ਪਲੰਦਾ ਆ ਉਹ ਬੰਨਣਾ ਆ, ਜਿਹੜਾ ਕਈ ਵਾਰ ਅਸੀਂ ਦੇਖਦੇ ਹਾਂ ਆਮ ਕੇਸਾਂ ਦੇ ਵਿੱਚ, ਕਦੇ 100 ਪੇਜ ਦੀ FIR ਦਰਜ ਹੋਈ, ਕਦੀ 150 ਪੇਜ ਦੀ ਰਿਪੋਰਟ ਬਣੀ, ਕਦੀ ਕਈ ਕੇਸਾਂ ਦੇ ਵਿੱਚ ਅਸੀਂ 1000 ਪੇਜ ਦੀਆਂ FIRs ਵੀ ਦੇਖੀਆਂ। ਸੋ ਇਸ ਟੋਟਲ ਕੰਮ ਲਈ ਕਾਨੂੰਨ ਵੱਲੋਂ ਪੁਲਿਸ ਨੂੰ 90 ਦਿਨ ਦਿੱਤੇ ਹੁੰਦੇ ਨੇ ਚਲਾਨ ਪੇਸ਼ ਕਰਨ ਲਈ। ਉਹ ਉਹਨਾਂ ਦਾ ਟਾਈਮ ਆ। ਪ੍ਰਾਈਮਲੀ ਜਿਹੜੀ ਗੱਲ ਹੈ, ਜਿਹੜੀ ਤੁਸੀਂ ਗੱਲ ਕੀਤੀ ਆ ਕਿ ਉਹ ਜਿਹੜੇ ਸਬੂਤ ਸੋਸ਼ਲ ਮੀਡੀਆ 'ਚ ਤੁਰੇ ਫਿਰਦੇ ਨੇ, ਉਹਨਾਂ ਦੀ ਲੋੜ ਉਦੋਂ ਆਉਣੀ ਹੈ ਜਦੋਂ ਪੁਲਿਸ ਉਹਨੂੰ ਗ੍ਰਿਫਤਾਰ ਕਰਕੇ ਜਾਂਚ ਸ਼ੁਰੂ ਕਰੇਗੀ। ਹਾਲੇ ਤੇ ਪੁਲਿਸ ਉਹਨੂੰ ਬਚਾਉਣ ਦੇ ਤਰੀਕਿਆਂ 'ਚ ਲੱਗੀ ਹੋਈ ਹੈ। ਜੀ, ਆਮ ਨਾਗਰਿਕ ਜਿਹੜਾ ਇਸ ਘਟਨਾ ਨੂੰ ਵੇਖ ਰਿਹਾ ਹੈ, ਵਾਚ ਰਿਹਾ ਹੈ, ਉਹਦੇ ਮਨ 'ਚ ਗੁੱਸਾ ਹੈ ਕਿ ਆਮ ਨਾਗਰਿਕ ਕੋਈ ਦੇਸ਼ ਦਾ ਹੁੰਦਾ, ਉਹਨੇ ਇਹੋ ਜਿਹੀ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਤੇ ਉਹਦਾ ਹਾਲ ਕੀ ਹੋਣਾ ਸੀ। ਉਹਦੇ ਨਾਲ ਵੀ ਕੀ ਇਹੋ ਜਿਹੇ ਮੌਕੇ ਬੰਨੇ ਸੀ ਸਰਕਾਰ ਵੱਲੋਂ? ਤੁਸੀਂ ਮਜ਼ਾਕ ਕਰਨ ਲੱਗੇ ਆ, ਪ੍ਰੋਗਰਾਮ ਸੀਰੀਅਸ ਸੀ ਗੱਲ। ਆਮ ਨਾਗਰਿਕ ਦੀ ਜਦੋਂ ਕਿਤੇ ਸੜਕ ਦੇ ਉੱਤੇ ਕਿਸੇ ਦੀ ਗੱਡੀ 'ਚ ਖਹਿ ਵੀ ਜਾਵੇ ਤੇ ਉਹਨੂੰ ਪਰੇਸ਼ਾਨੀ ਦਾ ਸਬੱਬ ਬਣ ਜਾਂਦਾ। ਜੇ ਕਿਸੇ ਦੀ ਕਾਰ ਦੇ ਨਾਲ ਕੋਈ ਛੋਟਾ ਮੋਟਾ ਐਕਸੀਡੈਂਟ ਹੋ ਜਾਏ ਤੇ ਉਹਨੂੰ ਜਾਨ ਲੁਕਾਉਣੀ ਔਖੀ ਹੋ ਜਾਂਦੀ ਆ ਪੁਲਿਸ ਤੋਂ। ਕਤਲ ਜਾਂ ਕੋਈ ਇਹੋ ਜਿਹੀ ਸੱਟ ਫੇਟ ਵਾਲਾ ਮਸਲਾ ਹੋਵੇ ਤੇ ਤੁਹਾਨੂੰ ਉਸੇ ਵੇਲੇ ਪੁਲਿਸ ਜਿਹੜੀ ਆ ਉਹ ਲੱਭਦੀ ਫਿਰਦੀ ਆ, ਉਹਨਾਂ ਦੇ ਹੋਰ ਸਰੋਕਾਰ ਹੁੰਦੇ ਨੇ। ਪਰ ਇੱਥੇ ਗੱਲ ਇਹੀ ਹੈ ਨਾ ਜੀ ਕਿ ਉਹ ਆਮ ਨਾਗਰਿਕ ਨਹੀਂ, ਉਹ ਦੇਸ਼ ਦੇ ਗ੍ਰਹਿ ਰਾਜ ਮੰਤਰੀ ਦਾ ਸ਼ਹਿਜ਼ਾਦਾ ਆ, ਸਾਹਿਬਜ਼ਾਦਾ ਆ, ਉਹਨੂੰ ਕੁਛ ਨਹੀਂ ਹੋਣਾ ਜੋ ਆਮ ਲੋਕ ਸੋਚਦੇ ਨੇ। ਮੈਂ ਨਹੀਂ ਕਹਿੰਦਾ, ਮੈਨੂੰ ਇੱਦਾਂ ਲੱਗਦਾ ਹੈ ਕਿ ਇਸ ਕੇਸ ਦੇ ਵਿੱਚ ਇੰਨੀ ਜਲਦੀ ਨਹੀਂ ਅਸੀਂ ਕਹਿ ਸਕਦੇ ਕਿ ਉਹਨੂੰ ਕੁਝ ਨਹੀਂ ਹੋਣਾ। ਜਿਹੜੀ ਤੁਸੀਂ ਆਮ ਨਾਗਰਿਕਾਂ ਵਾਲੀ ਗੱਲ ਕੀਤੀ, ਉਹਨਾਂ ਦੀ ਸੋਚ ਇਸ ਗੱਲ 'ਤੇ ਕਿ ਇੱਥੇ ਕੁਝ ਨਹੀਂ ਹੋਣਾ। ਤੇ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਉਧਰ ਕਿਸਾਨ ਮੋਰਚੇ ਨੇ ਵੀ ਕੋਈ ਐਲਾਨ ਕੀਤਾ ਇਸ ਘਟਨਾ ਨੂੰ ਲੈ ਕੇ, ਉਹਨਾਂ ਨੇ ਕੀ ਆਖਿਆ? ਜੀ, ਇਹ ਇੱਕ ਉਹ ਧਿਰ ਆ ਜਾਂ ਇਹ ਇੱਕ ਉਹ ਪ੍ਰੈਸ਼ਰ ਗਰੁੱਪ ਹਿੰਦੁਸਤਾਨ ਦੇ ਵਿੱਚ ਪਿਛਲੇ 1 ਸਾਲ ਤੋਂ ਖੜਾ ਆ, ਜਿਹਨੇ ਇੱਕ ਉਮੀਦ ਜਿਹੜੀ ਆ ਉਹ ਬੰਨੀ ਆ ਕਿ ਜਿੱਥੇ ਵੀ ਕਿਤੇ ਕੋਈ ਗੱਲਬਾਤ ਹੋਵੇਗੀ ਤੇ ਇੱਕ ਪ੍ਰੈਸ਼ਰ ਜਿਹੜਾ ਆ ਸਰਕਾਰ ਦੇ ਉੱਤੇ ਬਿਲਡਅਪ ਜ਼ਰੂਰ ਕੀਤਾ ਜਾਵੇਗਾ। ਜਿਹੜੀ ਵਿਰੋਧੀ ਧਿਰ ਆ ਉਹ ਅਕਸਰ ਇਹੋ ਕੁਝ ਕਰਦੀ ਸੀ, ਪਰ ਵਿਰੋਧੀ ਧਿਰ ਦੇ ਨਾਕਾਮਯਾਬ ਹੋਣ ਨਾਲ, ਅਸੰਗਠਿਤ ਹੋਣ ਨਾਲ ਤੇ ਹਰ ਮਸਲੇ ਦੇ ਵਿੱਚ ਆਪਣੀ ਭੂਮਿਕਾ ਸਹੀ ਤਰੀਕੇ ਨਾਲ ਨਾ ਨਿਭਾਉਣ ਨਾਲ ਤੇ ਵਿਰੋਧੀ ਧਿਰ ਦੇ ਵੱਡੇ ਲੀਡਰ, ਜਿਨ੍ਹਾਂ 'ਚ ਮੈਂ ਰਾਹੁਲ ਗਾਂਧੀ ਦਾ ਵੀ ਨਾਮ ਲਵਾਂ, ਉਹਨਾਂ ਦਾ ਫੁੱਲ ਟਾਈਮ ਪੋਲਿਟਿਕਸ ਨਾ ਕਰਨ ਨਾਲ ਇੱਕ ਖਲਾਅ ਪੈਦਾ ਹੋਇਆ ਸੀ। ਉਸ ਖਲਾਅ ਦੀ ਭਰਪਾਈ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਕਿਸਾਨ ਮੋਰਚਾ ਆ, ਸੰਯੁਕਤ ਕਿਸਾਨ ਮੋਰਚਾ, ਜਿਹਦੇ ਵਿੱਚ 500 ਤੋਂ ਜ਼ਿਆਦਾ ਜਥੇਬੰਦੀਆਂ ਨੇ, ਪੰਜਾਬ ਦੀਆਂ ਹੀ 32 ਜਥੇਬੰਦੀਆਂ ਨੇ, ਪੂਰੇ ਮੁਲਕ ਦਾ ਇੱਕ ਸਮੂਹ ਆ, ਇੱਕ ਪ੍ਰੈਸ਼ਰ ਗਰੁੱਪ ਬਣਿਆ ਹੋਇਆ, ਕਿਉਂਕਿ ਉਹ ਕਿਸਾਨਾਂ ਨਾਲ ਜੁੜੀ ਹੋਈ ਸਿੱਧੀ ਘਟਨਾ ਸੀ। ਉੱਥੇ ਉਹਨਾਂ ਨੇ ਕਿਹਾ ਕਿ 12 ਤਰੀਕ ਨੂੰ ਤੇ ਅਸੀਂ ਇੱਥੋਂ ਇੱਕ ਜਿਹੜੀ ਅੰਤਮ ਅਰਦਾਸ ਆ, ਉਹ ਜਿਹੜੇ ਸਾਰੇ ਬੰਦੇ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੀ ਅੰਤਮ ਅਰਦਾਸ ਜਿਹੜੀ ਆ ਤਕੁਨੀਆਂ 'ਚ ਹੋਵੇਗੀ। ਉੱਥੇ ਉਹਨਾਂ ਨੇ ਅਰਦਾਸ ਅਪੀਲ ਕੀਤੀ ਆ ਪੂਰੇ ਮੁਲਕ ਦੇ ਲੋਕਾਂ ਨੂੰ ਕਿ ਜਿੰਨੇ ਲੋਕ ਉੱਥੇ ਵੱਧ ਤੋਂ ਵੱਧ ਪਹੁੰਚ ਸਕਦੇ ਆ ਉੱਥੇ ਪਹੁੰਚੋ। ਹੁਣ ਇਹ ਵੀ ਦੇਖਣਾ ਬਣੇਗਾ ਕਿ 12 ਤਰੀਕ ਨੂੰ ਉੱਥੇ ਯੂਪੀ ਦਾ ਪ੍ਰਸ਼ਾਸਨ ਜਿਹੜਾ ਆ ਉੱਥੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਦਿੰਦਾ ਜਾਂ ਫਿਰ ਦਫਾ 144 ਲਾ ਕੇ ਉਹਨਾਂ ਅਰਦਾਸ ਨੂੰ ਵੀ ਛੋਟਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਉਦੋਂ ਬਾਅਦ ਉਹਨਾਂ ਨੇ ਗੱਲ ਕੀਤੀ ਆ ਕਿ ਇੱਥੋਂ ਅਸੀਂ ਯੂਪੀ ਦੇ ਹਰ ਜ਼ਿਲ੍ਹੇ ਲਈ ਇੱਕ ਯਾਤਰਾ ਸ਼ੁਰੂ ਕਰਾਂਗੇ। ਇੱਥੇ ਦੇਖੋ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਰਾਜਨੀਤੀ ਕਰਦੀਆਂ। ਹੁਣ ਕਿਸਾਨ ਅੰਦੋਲਨ ਦੇ ਲੋਕ ਵੀ ਇਸ ਗੱਲ ਨੂੰ ਪੂਰੇ ਵਿਰੋਧ ਦੇ ਤੌਰ ਤੇ ਪੂਰੇ ਯੂਪੀ 'ਚ ਫੈਲਾਉਣ ਦੀ ਗੱਲ ਕਰ ਰਿਹਾ ਤਾਂ ਜੋ ਉਹ BJP ਨੂੰ ਹੋਰ ਪ੍ਰੈਸ਼ਰ ਦੇ ਵਿੱਚ ਲਿਆ ਸਕਣ। ਨਾਲ ਦੀ ਨਾਲ ਉਹਨਾਂ ਨੇ 2-3 ਗੱਲਾਂ ਹੋਰ ਕੀਤੀਆਂ ਕਿ 15 ਤਰੀਕ ਨੂੰ ਸਾਰੇ ਦੇਸ਼ ਦੇ ਵਿੱਚ BJP ਦੇ ਵੱਡੇ ਲੀਡਰਾਂ ਦੇ ਪੁਤਲੇ ਫੂਕੇ ਜਾਣਗੇ। ਪ੍ਰਧਾਨ ਮੰਤਰੀ ਦੀ ਉਹਨਾਂ ਨੇ ਗੱਲ ਕੀਤੀ, 1-2 ਹੋਰ ਲੋਕਾਂ ਦੇ ਨਾਮ ਵੀ ਲਏ। ਨਾਲ ਦੀ ਨਾਲ 18 ਤਰੀਕ ਨੂੰ ਉਹਨਾਂ ਨੇ ਪੂਰੇ ਮੁਲਕ ਦੇ ਵਿੱਚ ਰੇਲਾਂ ਰੋਕਣ ਦੀ ਗੱਲ ਕੀਤੀ ਤੇ 26 ਅਕਤੂਬਰ ਨੂੰ ਲਖਨਊ ਦੇ ਵਿੱਚ ਕਿਸਾਨ ਮਹਾਪੰਚਾਇਤ ਦੀ ਘੋਸ਼ਣਾ ਉਹਨਾਂ ਨੇ ਕੀਤੀ ਆ। ਇਸ ਗੱਲ ਤੋਂ ਲੱਗਦਾ ਆ ਕਿ ਸਰਕਾਰ ਦੇ ਉੱਤੇ ਜਿਹੜਾ ਇੱਕ ਪ੍ਰੈਸ਼ਰ ਆ ਉਹ ਬਣਿਆ ਰਹੇਗਾ ਤੇ ਆਉਣ ਵਾਲੀਆਂ ਚੋਣਾਂ ਤੇ ਉੱਤੇ ਇਹਦਾ ਅਸਰ ਪੈਣਾ ਸੁਭਾਵਿਕ ਆ। ਪਰ ਹਾਲੇ ਅਸੀਂ ਗੱਲ ਚੋਣਾਂ ਦੀ ਨਾ ਕਰਕੇ ਇਸ ਘਟਨਾ, ਇਸ
ਦਰਦਨਾਕ ਘਟਨਾ, ਇਹਨਾਂ ਮੌਤਾਂ ਦੀ ਜਿਨ੍ਹਾਂ ਨੂੰ ਗੱਡੀ ਥੱਲੇ ਦੇ ਕੇ ਮਾਰ ਦਿੱਤਾ ਗਿਆ, ਉਹਨਾਂ ਦੀ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੂੰ ਇਹਦੇ 'ਚ ਕਾਰਵਾਈ ਜਿਹੜੀ ਆ ਕਰਨੀ ਹੀ ਪੈਣੀ ਆ, ਉੱਦਾਂ ਜਾਨ ਛੁੱਟਣੀ ਨਹੀਂ ਜੀ। ਅੰਮ੍ਰਿਤਪਾਲ ਸ਼ਰਮਾ ਜੀ, ਵਿਚਾਰਾਂ ਤੇ ਚਰਚਾ ਜਾਰੀ ਰੱਖਦੇ ਹਾਂ ਪਰ ਬ੍ਰੇਕ ਤੋਂ ਬਾਅਦ। ਸੋ ਪੰਜਾਬੀ ਨੈਸ਼ਨਲ ਟੀਵੀ ਤੇ ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ ਬ੍ਰੇਕ ਤੋਂ ਬਾਅਦ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ। ਅੰਮ੍ਰਿਤਪਾਲ ਸ਼ਰਮਾ ਜੀ, ਗੱਲ ਸਿਆਸਤ ਦੀ ਚੱਲ ਰਹੀ ਹੈ, ਲਖੀਮਪੁਰ ਘਟਨਾ ਦੀ ਚੱਲ ਰਹੀ ਹੈ ਤੇ ਘੱਟ ਗਿਣਤੀ ਕਮਿਸ਼ਨ ਨੇ ਵੀ 2 ਘਟਨਾਵਾਂ ਨੂੰ ਲੈ ਕੇ ਸਰਕਾਰਾਂ ਕੋਲੋਂ ਜਵਾਬ ਮੰਗਿਆ। ਇੱਕ ਤਾਂ ਲਖੀਮਪੁਰ ਖੀਰੀ ਵਾਲੀ ਘਟਨਾ ਤੇ ਦੂਜੀ ਹੈ ਜੰਮੂ ਕਸ਼ਮੀਰ ਨਾਲ ਜੁੜੀ। ਇਹਦੇ ਬਾਰੇ ਦੱਸ ਦਿਓ। ਦੇਖੋ, ਇਹ ਜਿਹੜੇ ਕਮਿਸ਼ਨ ਬਣਾਏ ਜਾਂਦੇ ਨੇ ਬਹੁਤ ਅਹਿਮ ਰੋਲ ਅਦਾ ਕਰਦੇ ਨੇ ਜਿਨ੍ਹਾਂ ਵੀ ਧੜਿਆਂ ਲਈ, ਜਿਨ੍ਹਾਂ ਵੀ ਧਿਰਾਂ ਲਈ ਇਹਨਾਂ ਦਾ ਗਠਨ ਕੀਤਾ ਜਾਂਦਾ। ਜੇਕਰ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਤੇ ਬਹੁਤ ਚੰਗਾ ਇੱਕ ਸੰਦੇਸ਼ ਵੀ ਜਾਂਦਾ ਲੋਕਾਂ 'ਚ ਤੇ ਸਰਕਾਰ ਦੇ ਉੱਤੇ ਇੱਕ ਚੈੱਕ ਐਂਡ ਬੈਲੈਂਸ ਦੀ ਸਥਿਤੀ ਵੀ ਬਣੀ ਰਹਿੰਦੀ ਹੈ। ਪਰ ਅਸੀਂ ਜਾਣਦੇ ਹਾਂ ਕਿ ਇਹ ਜਿਹੜੇ ਕਮਿਸ਼ਨ ਨੇ, ਇਹ ਜਿਹੜੇ ਅਦਾਰੇ ਨੇ, ਜਿਹੜੇ ਲੋਕਤੰਤਰਕ ਪ੍ਰਕਿਰਿਆਵਾਂ ਨੂੰ ਮਜ਼ਬੂਤ ਕਰਨ ਲਈ ਬਣਾਈਆਂ ਗਈਆਂ ਸੰਸਥਾਵਾਂ ਨੇ, ਇਹ ਆਪਣਾ ਕੰਮ ਸਿਰਫ ਉਸ ਤਰੀਕੇ ਤੱਕ ਹੀ, ਉਸ ਅੰਜਾਮ ਤੱਕ ਹੀ ਪੂਰਾ ਕਰਦੇ ਨੇ ਜਿੱਥੋਂ ਤੱਕ ਇਹਨਾਂ ਨੂੰ ਸਰਕਾਰ ਵੱਲੋਂ ਕਿਹਾ ਜਾਵੇ, ਆਦੇਸ਼ ਦਿੱਤੇ ਜਾਣ, ਕਿਉਂਕਿ ਅਲਟੀਮੇਟਲੀ ਇਹ ਸਰਕਾਰ ਦੇ ਅਨਾਉਂਸ ਕੀਤੇ ਹੋਏ ਹੀ ਅਦਾਰੇ ਹੁੰਦੇ ਨੇ। ਇਹਨਾਂ 'ਚ ਜਿਹੜੇ ਲੋਕ ਬੈਠਦੇ ਨੇ ਉੱਪਰਲੀਆਂ ਕੁਰਸੀਆਂ ਤੇ, ਉਹਨਾਂ ਨੂੰ ਸਰਕਾਰ ਹੀ ਚੁਣਦੀ ਹੈ। ਇਕਬਾਲ ਸਿੰਘ ਲਾਲਪੁਰਾ ਪੰਜਾਬ ਦੇ ਹੀ ਰਹਿਣ ਵਾਲੇ ਨੇ, IPS ਆਫੀਸਰ ਨੇ, ਬੜੀਆਂ ਸੁਰਖੀਆਂ 'ਚ ਰਹੇ ਸੀ ਉਹ 78, 77 ਜਦੋਂ 80s ਦੇ ਵਿੱਚ, 81 'ਚ ਜਦੋਂ ਪੰਜਾਬ ਦੇ ਵਿੱਚ ਇੱਕ ਬੁਰਾ ਦੌਰ ਚੱਲਦਾ ਸੀ ਅੱਤਵਾਦ ਦਾ। ਜਰਨੈਲ ਸਿੰਘ ਭਿੰਡਰਾਂਵਾਲਾ ਜਿਹੜੇ ਉਹਨਾਂ ਨੂੰ ਗ੍ਰਿਫਤਾਰ ਕਰਨ ਵਾਲੀ ਟੋਲੀ ਵਿੱਚ ਇਹ ਸ਼ਾਮਲ ਸੀ ਤੇ ਬੜੀ ਇਹਨਾਂ ਨੇ ਨਾਮਣਾ ਖੱਟਿਆ ਸੀ। ਸਿੱਖੀ ਇਤਿਹਾਸ ਬਾਰੇ ਜਾਂ ਸਿੱਖ ਧਰਮ ਬਾਰੇ ਕਾਫੀ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਜੀ। ਇਹ ਅੱਜ ਕੱਲ੍ਹ ਵੀ ਬਹੁਤ ਸਾਰੇ ਕੰਮ ਇਹ ਸਮਾਜ ਨਾਲ ਜੁੜੇ ਹੋਏ ਜਿਹੜੇ ਆ, ਕਈ ਸੰਸਥਾਵਾਂ ਦੀ ਪ੍ਰਤੀਨਿਧਤਾ ਕਰਦੇ ਨੇ, ਕਈਆਂ ਚੀਜ਼ਾਂ ਨਾਲ ਜੁੜੇ ਹੋਏ ਨੇ। ਤੇ ਬੀਤੇ ਦਿਨੀ ਇਹਨਾਂ ਨੂੰ ਕੌਮੀ ਘੱਟ ਗਿਣਤੀ ਕਮਿਸ਼ਨ ਦਾ ਚੇਅਰਮੈਨ ਥਾਪਿਆ ਗਿਆ। ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਇਹਨਾਂ ਦੀ ਜਿਹੜੀ ਨਿਯੁਕਤੀ ਆ ਉਹ BJP ਵੱਲੋਂ ਪੰਜਾਬ ਦੀਆਂ ਇਲੈਕਸ਼ਨਸ ਨੂੰ ਮੁੱਖ ਰੱਖਦੇ ਹੋਏ ਹੀ ਕੀਤੀ ਗਈ ਹੈ। ਮਾਈਨੋਰਟੀਜ਼ ਕਮਿਸ਼ਨ ਦਾ ਚੇਅਰਮੈਨ ਹੋਣਾ ਭਾਰਤ ਵਿੱਚ ਵੱਡੀ ਗੱਲ ਹੈ, ਕਿਉਂਕਿ ਛੋਟੀਆਂ ਬਹੁਤ ਸਾਰੀਆਂ ਕਮਿਊਨਿਟੀਜ਼ ਆ ਜਿਹੜੀਆਂ ਸਾਡੇ ਦੇਸ਼ ਦੇ ਵਿੱਚ, ਜਿਨ੍ਹਾਂ ਨੂੰ ਨਿਆਂ ਮਿਲਣ ਦੇ ਵਿੱਚ ਦੇਰੀ ਅਕਸਰ ਹੁੰਦੀ ਆ। ਬਹੁਤ ਸਾਰੀਆਂ ਉਹਦੇ ਲਈ ਘਟਨਾਵਾਂ ਨੇ, ਬਹੁਤ ਸਾਰੇ ਕਾਰਨ ਉਹਦੇ ਲਈ ਜ਼ਿੰਮੇਵਾਰ ਨੇ। ਤੇ ਇਹ ਗੱਲ ਪਹਿਲੇ ਦਿਨ ਹੀ ਸਾਡੇ ਮੀਡੀਆ ਵਾਲੇ ਖੇਤਰਾਂ ਦੇ ਵਿੱਚ, ਮੀਡੀਆ ਵਾਲੇ ਹਲਕਿਆਂ ਦੇ ਵਿੱਚ ਸਾਹਮਣੇ ਆ ਗਈ ਸੀ ਕਿ ਉਹ ਪੰਜਾਬ ਤੋਂ ਨੇ, ਸਿੱਖੀ ਬਾਰੇ ਬਹੁਤ ਡੂੰਘੀ, ਬਹੁਤ ਗੰਭੀਰ ਜਾਣਕਾਰੀ ਰੱਖਦੇ ਨੇ। ਪੰਜਾਬ 'ਚ ਰਹਿੰਦੇ ਹੋਏ ਉਹ ਇਸ ਕਿਸਾਨੀ ਵਾਲੇ ਮੁੱਦੇ ਨੂੰ ਵੀ ਸਮਝਦੇ ਨੇ ਤੇ ਕਿਸਾਨ ਅੰਦੋਲਨ ਦੀ ਵੀ ਪੂਰੀ ਸਮਝ ਰੱਖਦੇ ਨੇ। ਤੇ ਘੱਟ ਗਿਣਤੀ ਹੋਣ ਦੇ ਨਾਤੇ, ਉਹਨਾਂ ਘੱਟ ਗਿਣਤੀ ਕਮਿਸ਼ਨ ਵਿੱਚ ਚੇਅਰਮੈਨ ਹੋਣ ਦੇ ਨਾਤੇ, ਤੇ ਇਸ ਘਟਨਾ ਦਾ ਸਿੱਧਾ ਜਿਹੜਾ ਸੰਬੰਧ ਆ ਉਹ ਸਿੱਖ ਕਮਿਊਨਿਟੀ ਨਾਲ ਸੀ। ਤੇ ਉਹ ਘੱਟ ਗਿਣਤੀ ਹੀ ਨੇ, ਪੰਜਾਬ ਦੇ ਵਿੱਚ ਤਾਂ ਨਹੀਂ ਹੈਗੇ, ਪਰ ਪੰਜਾਬ ਤੋਂ ਬਾਹਰ ਲਗਭਗ ਹਰ ਸਟੇਟ ਦੇ ਵਿੱਚ ਸਿੱਖ ਜਿਹੜੇ ਨੇ ਉਹ ਘੱਟ ਗਿਣਤੀ ਨੇ। ਤੇ ਲਾਲਪੁਰਾ ਜੀ ਇਸ ਮਸਲੇ ਤੇ, ਇਸ ਵਿਸ਼ੇ ਤੇ ਬੋਲੇ ਕਿਉਂ ਨਹੀਂ? ਸੋ ਜਿੱਦਾਂ ਮੈਂ ਪਹਿਲਾਂ ਤਫਸੀਲ ਥੋੜ੍ਹੀ ਜਿਹੀ ਕੋਸ਼ਿਸ਼ ਕੀਤੀ ਗੱਲ ਕਰਨ ਦੀ, ਕਿ ਉਹ ਇਸ ਕਰਕੇ ਨਹੀਂ ਬੋਲੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਹਾਲੇ ਜਿਹੜੀ ਗੱਲ ਮੈਨੂੰ ਬੋਲਣ ਲਈ ਜਿਹੜਾ ਹੁੰਗਾਰਾ ਆ ਉੱਪਰੋਂ ਉਹ ਨਹੀਂ ਮਿਲਿਆ। ਹੁਣ ਕਿਉਂਕਿ ਜਾਂਚ ਦੇ ਵਿੱਚ ਸ਼ਾਮਿਲ ਹੋ ਗਿਆ ਉਹ ਮੰਤਰੀ ਦਾ ਫਰਜ਼ੰਦ, ਤੇ ਹੁਣ ਇਹਨਾਂ ਨੇ ਕਿਹਾ ਕਿ ਸਟੇਟ ਜਿਹੜੀ ਆ ਉਹ ਸਾਨੂੰ ਵੀ ਰਿਪੋਰਟ ਦੇ ਦੇਵੇ। ਹੁਣ ਇਹ ਰਿਪੋਰਟ ਸਾਨੂੰ ਵੀ ਦੇ ਦੇਵੇ ਵਾਲੀ ਹੀ ਗੱਲ ਆ, ਕਿਉਂਕਿ ਕੇਂਦਰ ਸਰਕਾਰ ਨੂੰ ਦੇ ਚੁੱਕੇ ਆ, ਸੁਪਰੀਮ ਕੋਰਟ 'ਚ ਰਿਪੋਰਟ ਦੇ ਚੁੱਕੇ ਆ, ਬੰਦਾ ਜਾਂਚ 'ਚ ਸ਼ਾਮਿਲ ਹੋ ਗਿਆ। ਗ੍ਰਿਫਤਾਰੀ ਹੁਣ ਹੋਣੀ ਆ ਕਿ ਨਹੀਂ ਹੋਣੀ, ਅੱਜ ਸ਼ਾਮ ਤੱਕ ਪਤਾ ਲੱਗੇਗਾ। ਬਹੁਤੀ ਆਸ ਨਹੀਂ ਵੱਝਦੀ। ਹੋ ਸਕਦਾ ਸਰਕਾਰ ਉਹਨੂੰ 2-4 ਦਿਨ ਹੋਰ ਘੁੰਮਣ ਲਈ ਦੇ ਦੇਵੇ ਕਿ ਜਦ ਤੱਕ ਜਾਂਚ ਜਿਹੜੀ ਆ ਕੋਈ ਗੱਲ ਡੂੰਘੀ ਨਹੀਂ ਹੁੰਦੀ ਤਦ ਤੱਕ ਸ਼ਾਇਦ ਹੋਣ, ਪਰ ਹੋ ਵੀ ਸਕਦੀ ਹੈ ਗ੍ਰਿਫਤਾਰੀ, ਕੋਈ ਵੱਡੀ ਗੱਲ ਵੀ ਨਹੀਂ ਹੈ। ਤੇ ਜਿਹੜਾ ਹੁਣ ਇਸ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਉਸ ਰਿਪੋਰਟ ਦੀ ਮੰਗ ਕੀਤੀ ਆ, ਇਹਨੂੰ ਤੁਸੀਂ ਇੱਦਾਂ ਕਹਿ ਸਕਦੇ ਆ ਕਿ ਈਦ ਪਿੱਛੋਂ ਤੂੰਬਾ ਜਿਹੜਾ ਉਹ ਫੂਕਣ ਵਾਲੀ ਗੱਲ ਆ। ਸੋ ਇਸੇ ਤਰੀਕੇ ਨਾਲ ਜੰਮੂ ਕਸ਼ਮੀਰ ਵਾਲੀ ਘਟਨਾ ਵਿੱਚ ਉਹ ਗੱਲ ਜਿਹੜੀ ਆ ਉਹ ਦੂਸਰੇ ਦਿਨ ਹੀ ਆ ਗਈ। ਫਿਰ ਇਹ ਵੀ ਦੇਖਣਾ ਪਵੇਗਾ ਕਿ ਕੀ ਘੱਟ ਗਿਣਤੀ ਕਮਿਸ਼ਨ ਇਸ ਗੱਲ ਦੀ ਉਡੀਕ ਕਰਦਾ ਸੀ ਕਿ ਕਦੀ ਘਟਨਾ ਹੋਰ ਵਾਪਰ ਜਾਏ ਤੇ ਫਿਰ ਇਕੱਠੀਆਂ ਰਿਪੋਰਟਾਂ ਮੰਗਣੀਆਂ। ਜੇ ਜੰਮੂ ਕਸ਼ਮੀਰ ਦੇ ਵਿੱਚ ਕੱਲ੍ਹ ਦੀ ਪਰਸੋਂ ਦੀ ਘਟਨਾ ਦੀ ਜਾਂਚ ਉਹਨਾਂ ਨੇ ਅੱਜ ਮੰਗ ਲਈ ਆ ਰਿਪੋਰਟ ਸਟੇਟ ਕੋਲੋਂ ਜਾਂ ਉੱਥੋਂ ਦੇ ਪ੍ਰਸ਼ਾਸਨ ਕੋਲੋਂ, ਤਾਂ ਇਸ ਘਟਨਾ ਦੀ ਜਦੋਂ 3 ਤਰੀਕ ਨੂੰ ਘਟਨਾ ਹੋਈ, ਇਹਦੀ 4 ਤਰੀਕ ਨੂੰ ਕਿਉਂ ਨਹੀਂ ਮੰਗੀ? ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਇੱਕ ਘੇਰੇ ਦੇ ਵਿੱਚ ਖੜਾ ਜ਼ਰੂਰ ਕਰਦੀਆਂ। ਪਰ ਅਸੀਂ ਜਾਣਦੇ ਹਾਂ ਕਿ ਇੱਥੇ CBI ਨੂੰ ਇਹੀ BJP
ਪਿੰਜਰੇ ਦਾ ਤੋਤਾ ਕਹਿੰਦੀ ਸੀ ਤੇ ਬਾਅਦ ਵਿੱਚ ਜਦੋਂ ਉਸ ਤੋਤੇ ਨੂੰ ਹੁਣ ਆਪਣੀ ਮਰਜ਼ੀ ਨਾਲ ਉਡਾਇਆ ਜਾਂਦਾ, ਆਪਣੀ ਮਰਜ਼ੀ ਨਾਲ ਚੂਰੀ ਤੇ ਮਿਰਚਾਂ ਖਵਾ ਕੇ ਕਿੱਥੇ ਕਿੱਥੇ ਭੇਜਿਆ ਜਾਂਦਾ, ਉਹ ਸਾਰੇ ਜਾਣਦੇ ਆ ਜੀ। ਤੇ ਸ਼ਰਮਾ ਜੀ, ਗੱਲ ਹੁਣ ਪੰਜਾਬ ਦੇ ਉਹ ਸਿਆਸਤਦਾਨ ਦੀ ਜਿਹੜਾ ਹੁਣ ਫਿਰ ਸੁਰਖੀਆਂ ਦੇ ਵਿੱਚ ਹੈ, ਵੱਡਾ ਕਾਫਲਾ ਲੈ ਕੇ ਤੁਰੇ ਸੀ ਲਖੀਮਪੁਰ ਨੂੰ, ਉਸ ਦੌਰਾਨ ਕੁਝ ਉਹਨਾਂ ਦੇ ਮੂੰਹ ਚੋਂ ਇਹੋ ਜਿਹਾ ਨਿਕਲ ਗਿਆ ਜਿਹਦੇ ਨਾਲ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ। ਕੀ ਮਾਮਲਾ ਹੈ ਸਾਰਾ? ਦੇਖੋ ਜੀ, ਜਿਹੜਾ ਸਿਆਸਤਦਾਨ ਆ ਉਹਨੇ ਸੁਰਖੀਆਂ 'ਚ ਹੀ ਰਹਿਣਾ ਆ, ਉਹਦਾ ਇਹ ਫਿਤਰਤ ਆ, ਉਹਦਾ ਇੱਕ ਕੰਮ ਆ। ਜੇ ਉਹ ਸੁਰਖੀਆਂ 'ਚ ਨਹੀਂ ਆ ਤੇ ਉਹਦੇ ਪਿੱਛੇ ਭੀੜ ਕਿਵੇਂ ਇਕੱਠੀ ਹੋਵੇਗੀ, ਲੋਕ ਉਹਨੂੰ ਸੁਣਨਗੇ ਕਿਵੇਂ, ਤੇ ਫਿਰ ਉਹ ਲੀਡਰ ਕਿੱਦਾਂ ਬਣੂ? ਲੀਡ ਤੇ ਉਹਨੇ ਕਰਨਾ। ਤੁਸੀਂ ਗੱਲ ਕੀਤੀ ਆ ਨਵਜੋਤ ਸਿੰਘ ਸਿੱਧੂ, ਜਦੋਂ ਕੱਲ ਉਹਨਾਂ ਨੇ ਪਰਸੋਂ ਇੱਕ ਯਾਤਰਾ ਸ਼ੁਰੂ ਕੀਤੀ, ਜਦੋਂ ਉਹਨਾਂ ਨੇ ਲਖੀਮਪੁਰ ਜਾਣਾ ਸੀ ਤੇ ਮੋਹਾਲੀ ਏਅਰਪੋਰਟ ਦੇ ਉੱਤੇ ਜਦੋਂ ਕਾਫਲੇ ਦੇ ਵਿੱਚ ਉਹ ਵੇਟ ਕਰ ਰਹੇ ਸੀ ਤੇ ਜਿਹੜੇ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ, ਉਹ ਹਲੇ ਆਏ ਨਹੀਂ ਸੀ ਜੀ। ਤੇ ਉਹ ਹਾਲਾਂਕਿ ਉਹ ਆਪਸ 'ਚ ਗੁਫ਼ਤਗੂ ਸੀ, ਪ੍ਰਗਟ ਸਿੰਘ ਸੀ ਉਹਨਾਂ ਦੇ ਨਾਲ, ਵਿਜੇਂਦਰ ਸਿੰਗਲਾ ਸੀ ਤੇ ਇੱਕ ਦੋ ਲੋਕ ਹੋਰ ਵੀ ਸੀ, ਉਹ ਆਪਸ ਦੀ ਗੁਫ਼ਤਗੂ ਸੀ, ਪਰ ਕਿਸੇ ਕੈਮਰੇ ਨੇ ਜਾਂ ਕਿਸੇ ਮਾਈਕ ਨੇ ਉਹ ਜਿਹੜੀ ਗੱਲ ਆ ਉਹ ਫੜ ਲਈ ਜੀ। ਬਹੁਤ ਸਾਰੀਆਂ ਉਹਦੇ ਲਈ ਜਿਹੜੀਆਂ ਉਹਦਾ ਐਨਾਲਿਸਿਸ ਆ ਬਹੁਤ ਹੋ ਰਿਹਾ, ਕਿਉਂਕਿ ਵੱਡੇ ਬੰਦੇ ਦੇ ਮੂੰਹ 'ਚੋਂ ਕੋਈ ਗੱਲ ਨਿਕਲਦੀ ਆ ਤੇ ਉਹਦੇ ਅਰਥ ਵੀ ਲਏ ਜਾਂਦੇ ਨੇ ਤੇ ਉਹਦੇ ਤੇ ਇੱਕ ਮੁਲਾਂਕਣ ਵੀ ਕੀਤਾ ਜਾਂਦਾ ਤੇ ਇਸ ਗੱਲ ਦਾ ਉਹਦੇ ਤੇ ਇੱਕ ਪ੍ਰੈਸ਼ਰ ਵੀ ਰਹਿੰਦਾ, ਜਾਬਤਾ ਵੀ ਹੈ। ਜਾਬਤਾ ਵੀ ਕੋਈ ਚੀਜ਼ ਆ, ਜਿੰਨਾ ਬੰਦਾ ਵੱਡਾ ਆ ਉਹਦੇ ਲੋਕ ਉਹਦੀ ਗੱਲ ਸੁਣਦੇ ਨੇ, ਉਹਨੂੰ ਫੋਲੋ ਵੀ ਕਰਦੇ ਨੇ। ਤੇ ਜੇ ਇੱਕ ਇਹੋ ਜਿਹਾ ਬੰਦਾ ਹੀ ਕੋਈ ਇਹੋ ਜਿਹੀ ਅਬਿਊਸਿਵ ਲੈਂਗੁਏਜ ਜਾਂ ਗਾਲੀ ਗਲੋਚ ਵਾਲੀ ਭਾਸ਼ਾ ਯੂਜ਼ ਕਰਦਾ ਤੇ ਉਹਦੇ ਤੇ ਉਹਦਾ ਫਰਕ ਜ਼ਰੂਰ ਪੈਂਦਾ। ਅਸੀਂ ਇਸ ਘਟਨਾ ਤੋਂ ਨਵਜੋਤ ਸਿੰਘ ਸਿੱਧੂ ਨੂੰ ਬਰੀ ਨਹੀਂ ਕਰ ਸਕਦੇ ਕਿ ਉਹਨਾਂ ਨੇ ਜੋ ਕਿਹਾ ਉਹ ਕੋਈ ਗੱਲ ਨਹੀਂ ਵਾਲੀ ਗੱਲ ਨਹੀਂ ਹੈ ਜੀ। ਤੋ ਉੱਥੇ ਵੇਟ ਹੋ ਰਹੀ ਸੀ ਚਰਨਜੀਤ ਸਿੰਘ ਚੰਨੀ ਦੀ ਤੇ ਉਹਨਾਂ ਨੇ ਉਸੇ ਲਹਿਰ 'ਚ ਕਿਹਾ ਕਿ ਉਹ ਆਇਆ ਨਹੀਂ, ਜਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਉਹਦੇ ਸੰਬੰਧ 'ਚ ਹੀ ਉਹ ਕੀਤੀ ਗਈ ਗੱਲ। ਫਿਰ ਉੱਥੇ ਜਦੋਂ ਉਹਨਾਂ ਨੇ ਨਾਲ ਦੇ ਮੈਂਬਰਸ ਨੇ ਕਿਹਾ ਕਿ ਜਿਹੜਾ ਇਕੱਠ ਆ ਉਹ ਬਹੁਤ ਵਧੀਆ ਆ ਤੇ ਜਿਹੜਾ ਸ਼ੋਅ ਆ ਇਹ ਤਾਂ ਸਫਲ ਆ। ਸੋ ਉੱਥੋਂ ਸਮਝ ਆਉਂਦੀ ਆ, ਜਾਂ ਤੁਸੀਂ ਇੱਦਾਂ ਕਹਿ ਸਕਦੇ ਆ ਕਿ ਇਹਨਾਂ ਲੋਕਾਂ ਲਈ ਫਿਰ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਭੀੜ, ਇਕੱਠ ਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੀ ਸ਼ਮੂਲੀਅਤ ਜਿਹੜੀ ਆ ਉਹ ਹੀ ਇੰਪੋਰਟੈਂਸ ਹੈ। ਤੇ ਇਹ ਗੱਲ ਸਹੀ ਵੀ ਆ। ਜਦੋਂ ਤੁਸੀਂ ਇੱਕ ਵਿਰੋਧ ਲਈ ਜਾ ਰਹੇ ਆ, ਇੱਕ ਗੱਲ ਲਈ ਜਾ ਰਹੇ ਆ, ਆਪਣਾ ਮਕਸਦ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਾ ਹੈ ਤੇ ਫਿਰ ਲੋਕਾਂ ਦਾ ਉੱਥੇ ਵੱਧ ਤੋਂ ਵੱਧ ਰੂਪ 'ਚ ਇਕੱਠੇ ਹੋਣਾ ਚੰਗੀ ਗੱਲ ਵੀ ਆ। ਤੇ ਨਾਲ ਹੀ ਉਹਨਾਂ ਨੇ ਫਿਰ ਕਿਹਾ ਕਿ ਇਹ ਕੋਈ ਸਕਸੈਸ ਆ। ਫਿਰ ਉਹਨਾਂ ਨੇ ਨਾਮ ਲਿਆ ਕਿ ਜੇ ਉਹਦੇ ਪੁੱਤ ਨੂੰ, ਆਪਣੇ ਬਾਪ ਦਾ ਨਾਮ ਲੈ ਕੇ ਉਹਨਾਂ ਨੇ ਕਿਹਾ ਕਿ ਜੇ ਇਹਨੂੰ ਸੀਐਮ ਬਣਾਇਆ ਹੁੰਦਾ ਫਿਰ ਮੈਂ ਦੱਸਦਾ ਸਕਸੈਸ ਕੀ ਹੈ। ਫਿਰ ਉਹਨਾਂ ਨੇ ਇੱਕ ਦੀ ਗਾਲ ਵੀ ਕੱਢੀ ਤੇ ਬਾਅਦ ਵਿੱਚ ਕਿਹਾ ਕਿ ਇਹ ਕਾਂਗਰਸ ਨੂੰ 22 'ਚ ਡਬੋ ਦੇਵੇਗਾ। ਹੁਣ ਉਹ ਜਦੋਂ ਤੁਸੀਂ ਉਹਦੇ ਸ਼ਬਦਿਕ ਅਰਥ ਕਰਦੇ ਆ ਤੇ ਬੰਦੇ ਦਾ ਨਾਮ ਨਹੀਂ ਹੈਗਾ, ਪਰ ਜਦੋਂ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੇ ਨਿਸ਼ਚਿਤ ਰੂਪ ਦੇ ਵਿੱਚ ਮੁੱਖ ਮੰਤਰੀ ਦੇ ਖਿਲਾਫ ਇਹ ਜਿਹੜੀ ਗੱਲ ਉਹ ਕੀਤੀ। ਤੁਸੀਂ ਇੱਦਾਂ ਵੀ ਕਹਿ ਸਕਦੇ ਆ ਕਿ ਇਹੀ ਨਵਜੋਤ ਸਿੰਘ ਸਿੱਧੂ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਚੰਨੀ ਬਾਈ ਜਾਂ ਭਰਾ ਕਹਿੰਦਾ ਸੀ ਤੇ ਫਿਰ ਲੋਕ ਸਮਝਦੇ ਸੀ ਕਿ ਇਹ ਇਕੱਠੇ ਨੇ, ਪਰ ਹੁਣ ਉਹ ਉਸ ਅਹੁਦੇ ਦਾ ਸਤਿਕਾਰ ਨਹੀਂ ਕਰਦੇ। ਕਈ ਵਾਰ ਅਸੀਂ ਹੁਣ ਉਹ ਬੰਦਾ ਵੱਡਾ ਹੋ ਗਿਆ ਜਾਂ ਮੁੱਖ ਮੰਤਰੀ ਬਣ ਗਿਆ ਤੇ ਸਾਡੀ ਆਪਸ ਦੇ ਵਿੱਚ ਜਿਹੜਾ ਤੱਕੀਆ ਕਲਾਮ ਆ ਉਹ ਜਿਹਾ ਹੀ ਹੈ, ਤਦ ਵੀ ਇੱਦਾਂ ਕਹਿ ਸਕਦੇ ਹਾਂ। ਤੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਇਸ ਗੱਲ ਕਰਕੇ ਉਹ ਉਸ ਗੱਲ ਤੋਂ ਹਾਲੇ ਵੀ ਪਰੇਸ਼ਾਨ ਨੇ, ਦੁੱਖ 'ਚ ਨੇ ਜਾਂ ਸਦਮੇ 'ਚ ਨੇ। ਪਰ ਨਾਲ ਦੀ ਨਾਲ ਸਾਰੇ ਹੀ ਰਾਜਨੀਤਿਕ ਜਿਹੜੇ ਮਾਹਰ ਨੇ, ਵਿਸ਼ਾ ਮਾਹਰ ਨੇ, ਐਨਾਲਿਸਿਸ ਕਰਨ ਵਾਲੇ ਲੋਕ ਨੇ, ਉਹ ਇਹ ਵੀ ਕਹਿੰਦੇ ਨੇ ਕਿ ਮੁੱਖ ਮੰਤਰੀ ਉਹਨਾਂ ਨੇ ਆਪ ਹਾਲੇ ਬਣਨਾ ਵੀ ਨਹੀਂ ਸੀ ਤੇ ਬਣਨਾ ਚਾਹੁੰਦੇ ਵੀ ਨਹੀਂ ਸੀ, ਕਿਉਂਕਿ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਤੇ ਇੱਕ ਨਾਈਟ ਵਾਚਮੈਨ ਵਾਲੀ ਜਿਹੜੀ ਆ ਪੋਜੀਸ਼ਨ ਆ। ਕ੍ਰਿਕਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਟੈਸਟ ਮੈਚ ਚੱਲਦਾ ਹੁੰਦਾ, ਅਖੀਰਲੇ ਘੰਟੇ ਦੇ ਵਿੱਚ ਜਦੋਂ ਕੋਈ ਬੰਦਾ ਆਊਟ ਹੋ ਜਾਂਦਾ ਤੇ ਇੱਕ ਮਾਰਚੂ ਜੇ ਨੂੰ ਜਾਂ ਆਖਰੀ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਕਿਸੇ ਨੂੰ ਭੇਜ ਦਿੱਤਾ ਜਾਂਦਾ ਤਾਂ ਜੋ ਕੋਈ ਚੰਗੀ ਵਿਕਟ ਜਿਹੜੀ ਉਹ ਨਾ ਡਿੱਗ ਪਵੇ। ਸੋ ਇਹ 2-3 ਮਹੀਨੇ ਦਾ ਸਫ਼ਰ ਸੀ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਨਾਈਟ ਵਾਚਮੈਨ ਦੇ ਤੌਰ ਤੇ ਉਸ ਸ਼ਖਸ ਨੂੰ ਮੁੱਖ ਮੰਤਰੀ ਲਾਇਆ ਗਿਆ। ਇਹ ਸਾਰੇ ਲੋਕਾਂ ਦਾ ਕਹਿਣਾ ਸੀ ਆਮ ਤੌਰ ਤੇ, ਪਰ ਨਿਸ਼ਚਿਤ ਆ ਕਿ ਜਦੋਂ ਜਿਹਨੂੰ ਕੁਰਸੀ ਮਿਲਣੀ ਆ ਉਦੋਂ ਉਹਨੂੰ ਸਲਾਹਕਾਰ ਮਿਲਣੇ ਆ, ਉਹਦੀ ਇੱਕ ਟੀਮ ਡਿਵੈਲਪ ਹੋਣੀ ਆ ਤੇ ਉਸ ਬੰਦੇ ਨੂੰ ਇਹ ਪ੍ਰਭਾਵ ਵੀ ਆਉਣਾ ਆ ਕਿ ਮੈਂ ਹੁਣ ਮੁੱਖ ਮੰਤਰੀ ਆ ਤੇ ਮੈਂ ਹੀ ਹੁਣ ਕੰਮ ਕਰਾਂ। ਫਿਰ ਇਸੇ ਕਰਕੇ ਉਹ ਸੁਪਰ ਸੀਐਮ ਹੋਣ ਦਾ ਜਿਹੜਾ ਆਰੋਪ ਵੀ ਲੱਗਿਆ ਤੇ ਉਹਦੇ ਤੋਂ ਉਹਨਾਂ ਨੂੰ ਫਿਰ ਥੋੜ੍ਹਾ ਜਿਹਾ ਸਾਈਡਲਾਈਨ ਵੀ ਕੀਤਾ ਗਿਆ ਜਾਂ ਉਹ ਆਪ ਹੋ ਗਏ। ਇਹ ਇੱਕ ਵੱਖਰੀਆਂ ਗੱਲਾਂ ਨੇ, ਉਹਨਾਂ ਦਾ ਸਟੀਕ ਔਰ ਸਹੀ ਜਵਾਬ ਤਾਂ ਉਹ ਦੋਨੋਂ ਲੋਕ ਹੀ ਦੇ ਸਕਦੇ ਨੇ। ਪਰ ਉੱਥੇ ਜਿਹੜੀ ਉਹਨਾਂ ਨੇ ਭਾਸ਼ਾ ਵਰਤੀ ਉਹ ਬਿਲਕੁਲ ਸਹੀ ਨਹੀਂ ਹੈ। ਭਾਵੇਂ ਉਹਨਾਂ ਨੂੰ ਕਿਸੇ ਕੈਮਰੇ ਨੇ ਕੈਚ ਕਰ ਲਈ, ਭਾਵੇਂ ਉਹ ਜਾਣਬੁੱਝ ਕੇ ਕਿਸੇ ਨੇ ਰਿਕਾਰਡ ਕੀਤੀ ਆ, ਪਰ ਵਾਇਰਲ ਤੇ ਹੋ ਗਈ। ਅੱਜ ਦੀ ਗੱਲ 'ਚ, ਅੱਜ ਦੇ ਸਮੇਂ 'ਚ, ਡਿਜੀਟਲ ਦੇ ਦੌਰ ਦੇ ਵਿੱਚ ਜਾਂ ਤੁਸੀਂ ਕਹੋ ਸਮਾਰਟਫੋਨ ਦੇ ਦੌਰ ਦੇ ਵਿੱਚ ਤੇ ਹਾਲਾਤ ਜਿਹੜੇ ਨੇ ਉਹ ਬਿਲਕੁਲ ਫੂਕ ਕੇ ਬੋਲਣ ਵਾਲੇ, ਬਿਲਕੁਲ ਸੋਚ ਕੇ ਬੋਲਣ ਵਾਲੇ ਹੋਏ ਨੇ। ਅਸੀਂ ਵੈਸੇ ਵੀ ਗੱਲ ਕਰਦੇ ਹਾਂ ਕਿ ਘੱਟ ਬੋਲੇ ਦਾ ਤੇ ਘੱਟ ਖਾਧੇ ਦਾ ਕਦੇ ਨੁਕਸਾਨ ਨਹੀਂ ਹੁੰਦਾ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹਨਾਂ ਤੋਂ ਬਚਣਾ ਚਾਹੀਦਾ। ਇਹ ਜਿਹੜੀਆਂ ਚੀਜ਼ਾਂ ਆ ਇਹ ਤੁਹਾਡੀ ਪਰਸਨੈਲਿਟੀ ਨੂੰ ਵੀ ਉਨਾ ਹੀ ਨੁਕਸਾਨ ਕਰਦੀਆਂ ਤੇ ਨਾਲ ਦੀ ਨਾਲ ਇਹ ਉਸ ਸੰਗਠਨ ਨੂੰ ਵੀ ਕਮਜ਼ੋਰ ਕਰਦੀਆਂ। ਤੇ ਦੂਸਰੀ ਗੱਲ ਇਹ ਆ ਕਿ ਇਹ ਲੋਕਾਂ ਦੇ ਵਿੱਚ ਜਿਹੜਾ ਤੁਹਾਡਾ ਪ੍ਰਭਾਵ ਆ, ਤੁਸੀਂ ਆਉਣ ਵਾਲੇ ਸਮੇਂ 'ਚ ਚੋਣਾਂ ਲੜਨੀਆਂ, ਲੰਬੀ ਰਾਜਨੀਤੀ ਹਾਲੇ ਕਰਨੀ ਆ,
ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ 'ਚ ਨੈਗੇਟਿਵ ਜਾਂਦੀਆਂ। ਪਰ ਨਾਲ ਦੀ ਨਾਲ ਫਿਰ ਅਗਲੇ ਦਿਨ ਹੀ ਜਦੋਂ ਉੱਥੇ ਪਹੁੰਚੇ ਤੇ ਉੱਥੇ ਜਾ ਕੇ ਉਹਨਾਂ ਨੇ ਉਹ ਮੌਨ ਵਰਤ ਰੱਖ ਲਿਆ ਜੀ। ਪਹਿਲਾਂ ਗਲਤ ਬੋਲਿਆ ਤੇ ਫਿਰ ਮੌਨ ਵਰਤ ਰੱਖ ਲਿਆ। ਇਹ ਉਹ ਗੱਲ ਸਮਝਦੇ ਨੇ ਕਿ ਜੇ ਮੇਰੇ ਤੇ ਕੋਈ ਵਿਪਤਾ ਪਈ ਆ ਤੇ ਮੈਂ ਹੁਣ ਇਹਨੂੰ ਟਾਲਣਾ ਕਿਵੇਂ ਆ ਜੀ। ਸੋ ਉਦੋਂ ਤੋਂ ਸਮਾਂ ਬਚ ਜਾਏਗਾ, ਲੰਘ ਜਾਏਗਾ, ਬਚ ਜਾਏਗਾ, ਕਹਾਣੀ ਖਤਮ ਹੋ ਜਾਏਗੀ। ਪਰ ਫਿਰ ਇਹ ਜਿਹੜੀਆਂ ਗੱਲਾਂ ਨੇ ਇਹ ਸਾਨੂੰ ਤੁਹਾਨੂੰ ਜਿਹੜੀਆਂ ਆ ਉਹ ਪੱਕੀਆਂ ਮਿਲ ਜਾਂਦੀਆਂ। ਕਦੇ ਵੀ ਅਸੀਂ ਇਹ ਗੱਲ ਕਰ ਸਕਦੇ ਹਾਂ ਕਿ ਉਹਨਾਂ ਨੇ ਕਿਤੇ ਠੋਕੋ ਤਾਲੀ ਕਹਿੰਦੇ ਨੇ, ਕਿਤੇ ਉਹ ਕ੍ਰਿਕਟ ਵਾਲੇ ਐਕਸ਼ਨ ਦਿਖਾਉਂਦੇ ਨੇ, ਫਿਰ ਕਿਤੇ ਉਹ ਕਾਂਗਰਸ ਭਵਨ ਦੇ ਵਿੱਚ ਬਿਸਤਰਾ ਲਾਉਣ ਦੀ ਗੱਲ ਕਰਦੇ ਨੇ ਤੇ ਰਹਿੰਦੇ ਮੁੜ ਕੇ ਉੱਥੇ ਇੱਕ ਦਿਨ ਵੀ ਨਹੀਂ। ਫਿਰ ਉਹ ਕਿਤੇ ਉਹ ਕਹਿੰਦੇ ਨੇ ਕਿ ਜੇ ਮੈਨੂੰ ਮੁੱਖ ਮੰਤਰੀ ਬਣਾਇਆ ਹੁੰਦਾ ਤਾਂ ਫਿਰ ਮੈਂ ਦੱਸਦਾ ਸਕਸੈਸ ਕੀ ਹੁੰਦੀ ਆ। ਉਹ ਸਾਰੀਆਂ ਗੱਲਾਂ ਜਿਹੜੀਆਂ ਆ ਤੁਹਾਡੀ ਪਰਸਨੈਲਿਟੀ ਦੇ ਵਿੱਚ ਕਾਊਂਟ ਹੁੰਦੀਆਂ ਜੀ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਵੇਲਾ ਹੈ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਅੰਮ੍ਰਿਤਪਾਲ ਜੀ, ਪੰਜਾਬ ਦੀ ਗੱਲ ਚੱਲ ਰਹੀ ਹੈ। ਪੰਜਾਬ ਦੇ ਕਾਂਗਰਸੀ ਆਗੂ ਲਖੀਮਪੁਰ ਗਏ ਤੇ ਸ਼੍ਰੋਮਣੀ ਅਕਾਲੀ ਦਲ ਵੀ ਪਿੱਛੇ ਨਹੀਂ ਹੈ। ਉਹਨਾਂ ਦੀ ਵੀ ਇੱਕ ਮੈਂਬਰ ਆਗੂ ਸੀਨੀਅਰ ਨੇਤਾ ਉਹ ਵੀ ਲਖੀਮਪੁਰ ਗਏ ਸੀ। ਉਹਨਾਂ ਨੇ ਉੱਥੇ ਜਾ ਕੇ ਕੀ ਕੀਤਾ? ਨਹੀਂ ਗਏ ਤਾਂ ਇੱਕ 5 ਮੈਂਬਰੀ ਵਫਦ ਸੀ ਜਿਹਦੇ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਜਿਹੜੇ ਕੈਬਨਿਟ ਮੰਤਰੀ ਸੀ, ਜਿਨ੍ਹਾਂ ਨੇ ਹੁਣੇ ਜਿਹੜਾ ਅਹੁਦਾ ਛੱਡਿਆ ਆ ਇਸੇ ਕਿਸਾਨੀ ਅੰਦੋਲਨ ਦੇ ਸ਼ੁਰੂਆਤ ਦੇ ਦੌਰ ਦੇ ਵਿੱਚ, ਜਦੋਂ ਇਹਨਾਂ ਅੰਦੋਲਨ ਦੇ ਬਿੱਲਾਂ ਦੀ ਇਹਨਾਂ ਅੰਦੋਲਨ ਦੀ ਜਿਹੜੀ ਪੁੱਠ ਭੂਮੀ ਦੇ ਵਿੱਚ ਜਿਹੜੇ ਬਿੱਲ ਨੇ, ਜਿਹੜੇ ਮੁੱਖ ਕਾਰਨ ਨੇ ਇਸ ਅੰਦੋਲਨ ਦਾ, ਉਹਨਾਂ ਦੇ ਹੀ ਵਿਰੋਧ ਦੇ ਵਿੱਚ ਇਹਨਾਂ ਨੇ ਜਿਹੜਾ ਆਪਣਾ ਅਹੁਦਾ ਛੱਡਿਆ ਕੈਬਨਿਟ ਤੋਂ। ਹਾਲਾਂਕਿ ਪਹਿਲਾਂ ਉਹ ਕਹਿੰਦੇ ਸੀ ਕਿ ਇਹ ਜਿਹੜੇ ਬਿੱਲ ਨੇ ਉਹ ਬਿਲਕੁਲ ਠੀਕ ਨੇ ਜੀ। ਤੇ ਇਸ ਅੰਦੋਲਨ ਇਸ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਵਿੱਚ ਉਹਨਾਂ ਦਾ ਵਫਦ ਵੀ ਪਹੁੰਚਾ। ਹਾਲਾਂਕਿ ਉਹ ਸਭ ਤੋਂ ਬਾਅਦ 'ਚ ਜਾਣ ਵਾਲੇ ਲੋਕਾਂ 'ਚ ਉੱਥੇ ਸ਼ੁਮਾਰ ਹੋਏ। ਅਖਿਲੇਸ਼ ਯਾਦਵ ਵੀ ਉੱਥੇ ਗਏ, ਆਮ ਆਦਮੀ ਪਾਰਟੀ ਤੋਂ ਵੀ ਲੋਕ ਗਏ, TMC ਦੇ ਲੋਕ ਵੀ ਗਏ, ਜਯੰਤ ਚੌਧਰੀ ਵੀ ਉੱਥੇ ਪਹੁੰਚੇ, ਕਾਂਗਰਸ ਦੇ ਵੱਡੇ ਆਗੂ ਵੀ ਪਹੁੰਚੇ ਤੇ ਇਹਨਾਂ ਦਾ ਵਫਦ ਵੀ ਉੱਥੇ ਪਹੁੰਚਿਆ। ਇਹਨਾਂ ਨੇ ਵੀ ਉਹਨਾਂ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਦਾ ਨੁਕਸਾਨ ਹੋਇਆ, ਜਿਹੜੇ ਜ਼ਖਮੀ ਹੋਏ ਜਾਂ ਜਿਨ੍ਹਾਂ ਦੀ ਮੌਤ ਹੋਈ ਤੇ ਨਾਲ ਦੀ ਨਾਲ ਕੁਝ ਬਿਆਨ ਤੇ ਫਿਰ ਇਹਨਾਂ ਨੇ ਦੱਸਣੇ। ਇਹਨਾਂ ਨੇ ਹਰਸਿਮਰਤ ਕੌਰ ਬਾਦਲ ਨੇ ਉੱਥੇ ਕਿਹਾ ਕਿ ਸਰਕਾਰ ਦੇ ਬੱਚਿਆਂ ਲਈ ਕਾਨੂੰਨ ਜਿਹੜੇ ਨੇ ਉਹ ਅਲੱਗ ਨੇ ਤੇ ਆਮ ਲੋਕਾਂ ਲਈ ਅਲੱਗ ਨੇ। ਬਿਲਕੁਲ ਠੀਕ ਗੱਲ ਆ। ਉਹ ਆਪ ਸਰਕਾਰ 'ਚ ਰਹੇ ਨੇ ਤੇ ਉਹਨਾਂ ਨੂੰ ਪਤਾ ਆ ਕਿ ਕਾਨੂੰਨ ਜਿਹੜੇ ਆ ਉਹ ਕਿਵੇਂ ਕੰਮ ਕਰਦੇ ਨੇ ਤੇ ਕਿਵੇਂ ਨਹੀਂ। ਪਰ ਉਹਨਾਂ ਦਾ ਜਾਣਾ ਸਾਰੇ ਪੰਜਾਬ ਨੂੰ ਇੱਦਾਂ ਲੱਗਦਾ ਹੈ ਕਿ ਜਿੱਦਾਂ ਉਹ ਬਹੁਤ ਪਿਛੜ ਕੇ ਜਾਂ ਬਹੁਤ ਬਾਅਦ ਵਿੱਚ ਜਾਂ ਫਿਰ ਜਿਵੇਂ ਸਮਝ ਲਓ ਪਈ ਸਿਰਫ ਲਿਪਾ ਪੋਚੀ ਕਰਨ ਲਈ ਗਏ। ਜੇ ਜਾਣ ਦੀ ਗੱਲ ਹੁੰਦੀ ਤੇ ਫਿਰ ਉਹਨਾਂ ਨੂੰ ਸਭ ਤੋਂ ਮੋਰਲੀਆਂ ਸਫਾਂ 'ਚ ਹੋਣਾ ਚਾਹੀਦਾ ਸੀ, ਕਿਉਂਕਿ ਉਹ ਪੰਜਾਬ ਦੀ ਪਾਰਟੀ ਨੇ, ਖੇਤਰੀ ਪਾਰਟੀ ਨੇ ਤੇ ਸਿੱਖਾਂ ਦੇ ਬਹੁਤ ਹਿਤੈਸ਼ੀ ਹੋਣ ਦੀ ਗੱਲ ਕਰਦੇ ਨੇ ਤੇ ਸ਼੍ਰੋਮਣੀ ਕਮੇਟੀ ਨਾਲ ਵੀ ਉਹ ਬਹੁਤ ਨੇੜਤਾ ਨਾਲ ਜੁੜੇ ਹੋਏ ਨੇ ਤੇ ਸਿੱਖਾਂ ਦਾ ਮਸਲਾ ਹੋਣ ਕਰਕੇ ਉਹਨਾਂ ਨੂੰ ਬਹੁਤ ਪਹਿਲਾਂ ਜਾਣਾ ਚਾਹੀਦਾ ਸੀ ਜੀ। ਸ਼ਰਮਾ ਜੀ, ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਸਰਗਰਮ ਹੈ। ਕਿਸਾਨ ਮੋਰਚੇ ਵਾਲਿਆਂ ਨੇ ਉਹਨਾਂ ਨੂੰ ਕਿਹਾ ਆਪਣੀ ਸਿਆਸਤ ਨੂੰ ਥੋੜਾ ਪਿੱਛੇ ਪਾ ਲਓ, ਇਸ ਵੇਲੇ ਮੌਕਾ ਸਾਡੇ ਹੱਕਾਂ ਦਾ ਹੈ ਤੇ ਉਹਨਾਂ ਤੇ ਡਾਕਾ ਨਾ ਪਵੇ, ਲੋਕਾਂ ਦਾ ਧਿਆਨ ਨਾ ਵੰਡਿਆ ਜਾਏ, ਇਸ ਲਈ ਉਹ ਆਪਣੀ ਕਾਰਗੁਜ਼ਾਰੀ ਚਾਲੂ ਰੱਖੀ ਹੋਈ ਹੈ। ਸੁਖਬੀਰ ਬਾਦਲ ਅੱਜ ਭੁੱਲ ਸੁਧਾਰ ਰੈਲੀ ਕਰ ਰਹੇ ਨੇ। ਇਹ ਕਿਹੜੀਆਂ ਗੱਲਾਂ ਦੀ ਭੁੱਲ ਸੁਧਾਰ ਰਹੇ ਨੇ? ਜਿੱਦਾਂ ਤੁਸੀਂ ਉਹ ਕਹਿੰਦੇ ਨਾ, ਕਈ ਵਾਰ ਬੰਦੇ ਦਾ ਧਿਆਨ ਲੱਗ ਜਾਂਦਾ ਤੇ ਇਹਨਾਂ ਦਾ ਇੰਜ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਧਿਆਨ ਪੰਜਾਬ ਦੀਆਂ ਚੋਣਾਂ ਤੇ ਲੱਗਿਆ ਹੋਇਆ ਜੀ। ਉਹਨਾਂ ਨੂੰ ਬਾਕੀ ਕੁਝ ਆਲੇ ਦੁਆਲੇ ਨਜ਼ਰ ਨਹੀਂ ਆ ਰਿਹਾ। ਜਿਸ ਦਿਨ ਇਹ ਲਖੀਮਪੁਰ ਵਾਲੀ ਘਟਨਾ ਹੁੰਦੀ ਹੈ ਉਸ ਤੋਂ 1-2 ਦਿਨ ਬਾਅਦ ਵਿੱਚ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਜਾਂ ਇੱਕ ਆਪਣੀ ਕੋਰ ਕਮੇਟੀ ਦੀ ਮੀਟਿੰਗ ਰੱਖੀ ਤੇ ਸਾਰੇ ਸੋਚਦੇ ਸੀ ਕਿ ਉੱਥੇ ਇਹ ਲਖੀਮਪੁਰ ਵਾਲੀ ਘਟਨਾ ਦਾ ਜ਼ਿਕਰ ਕਰਨਗੇ ਜਾਂ ਕੋਈ ਗੱਲ ਕਰਨਗੇ। ਉੱਥੇ ਵੀ ਇਹਨਾਂ ਨੇ ਕਾਂਗਰਸ ਪਾਰਟੀ ਦੇ ਇੱਕ ਕੈਪਟਨ ਨੂੰ ਸ਼ਾਮਲ ਕਰਕੇ ਤੇ ਉੱਥੋਂ ਉਹਨਾਂ ਨੂੰ ਕਿਸੇ ਹਲਕੇ ਦਾ ਉਮੀਦਵਾਰ ਐਲਾਨਿਆ। ਉਸ ਤੋਂ ਇੱਕ ਦਿਨ ਪਹਿਲਾਂ ਵੀ ਇਹਨਾਂ ਨੇ 4-5 ਹੋਰ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਤੇ ਇਹਨਾਂ ਦਾ ਜਿਹੜਾ ਸਾਰਾ ਦਾਰੋ ਮਦਾਰ ਆ ਪਾਰਟੀ ਦਾ ਚੋਣ ਪ੍ਰਚਾਰ ਦੇ ਵਿੱਚ, ਉਮੀਦਵਾਰਾਂ ਦੇ ਐਲਾਨ ਕਰਨ ਦੇ ਵਿੱਚ ਤੇ ਆਉਣ ਵਾਲੀਆਂ ਸਮੇਂ ਦੀਆਂ ਵੋਟਾਂ ਦੇ ਵਿੱਚ ਹੀ ਲੱਗਿਆ ਹੋਇਆ। ਜਦ ਕਿ ਅਸੀਂ ਇਹ ਗੱਲ ਦੱਸਦੇ ਹਾਂ ਕਿ ਜਦੋਂ ਤੋਂ ਕਾਂਗਰਸ ਦੇ ਵਿੱਚ ਉਠਾ ਪਟਕ ਨਹੀਂ ਸੀ ਸ਼ੁਰੂ ਹੋਈ, ਉਦੋਂ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਰੱਥ ਲੈ ਕੇ ਅੱਗੇ ਚੱਲ ਰਹੀ ਸੀ, ਉਹ ਤੋਂ ਲੱਗਦਾ ਸੀਗਾ ਕਿ ਇਹ ਸਾਰਿਆਂ ਤੋਂ ਅੱਗੇ ਨੇ ਜੀ। ਪਰ ਕੁਝ ਘਟਨਾਵਾਂ ਕਾਂਗਰਸ ਦੇ ਆਪਸ ਦੇ ਅੰਦਰ ਦੀ ਲੜਾਈ ਦੇ ਵਿੱਚ ਵੀ ਇਹਨਾਂ ਨੂੰ ਮੀਡੀਆ ਦੇ ਵਿੱਚ ਕੁਝ ਪਿੱਛੇ ਰਹਿਣਾ ਪਿਆ ਜੀ। ਤੇ ਨਾਲ ਦੀ ਨਾਲ ਲਖੀਮਪੁਰ ਵਾਲੀ ਘਟਨਾ ਨੂੰ ਜਦੋਂ ਲੈ ਕੇ ਕਿਸਾਨਾਂ ਦਾ ਰੋਹ ਹੋਰ ਵਧਿਆ ਤੇ ਕੈਪਟਨ ਦੀ ਪਾਰਟੀ ਬਣਾਉਣ ਵਾਲਾ ਰੌਲਾ ਵੀ ਉਹਦੇ ਵਿੱਚ ਹੀ ਦੱਬ ਕੇ ਰਹਿ ਗਿਆ ਤੇ ਇਹਨਾਂ ਦੀ ਜਿਹੜੀ ਕਾਰਜਕਾਰੀ ਆ ਉਹਦੇ ਉੱਤੇ ਵੀ ਇੱਕ ਸਵਾਲੀਆ ਨਿਸ਼ਾਨ ਲੱਗਾ ਕਿ ਤੁਸੀਂ ਸਿਰਫ ਵੋਟਾਂ ਵੱਲ ਨੂੰ ਲੈ ਕੇ ਤੁਰੇ ਹੋਏ ਆ, ਸਮਾਜ ਦੇ ਵਿੱਚ ਹੋਰ ਬਹੁਤ ਕੁਝ ਵਾਪਰ ਰਿਹਾ ਜਿਹੜਾ ਤੁਹਾਡੇ ਨਾਲ ਤੇ ਸਾਰੇ ਪੰਜਾਬ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ, ਤੁਸੀਂ ਉਹਦੇ ਤੇ ਧਿਆਨ ਕੇਂਦਰਿਤ ਕਿਉਂ ਨਹੀਂ ਕਰ ਰਹੇ? ਅੱਜ 9 ਅਕਤੂਬਰ
ਪੰਜਾਬ ਦੇ ਜਾਂ ਭਾਰਤ ਦੇ ਇੱਕ ਵੱਡੇ ਲੀਡਰ ਸਾਹਿਬ ਕਾਂਸ਼ੀ ਰਾਮ ਜੀ ਦੀ ਬਰਸੀ ਦੇ ਤੌਰ ਤੇ ਮਨਾਇਆ ਜਾਂਦਾ, ਕਿਉਂਕਿ 2006 ਨੂੰ ਅੱਜ ਦੇ ਹੀ ਦਿਨ ਉਹਨਾਂ ਨੇ ਇਸ ਸੰਸਾਰ ਨੂੰ ਛੱਡਿਆ ਸੀ। ਬਹੁਤ ਮਹਾਨ ਆਤਮਾ ਦੇ ਤੌਰ ਤੇ ਉਹਨਾਂ ਨੂੰ ਪੂਰੇ ਭਾਰਤ ਵਿੱਚ ਯਾਦ ਕੀਤਾ ਜਾਂਦਾ, ਕਿਉਂਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਉਹਨਾਂ ਨੇ ਇੱਕ ਵੱਡੇ ਖਲਾਅ ਦੀ ਭਰਪਾਈ ਕੀਤੀ। ਉਹਨਾਂ ਨੇ ਇੱਕ ਖਾਸ ਦਲਿਤ ਜਿਹੜੇ ਨਿਚਲੇ ਤਬਕੇ ਦੇ ਲੋਕ ਸੀ ਉਹਨਾਂ ਨੂੰ ਨਾਲ ਲੈ ਕੇ ਰਾਜਨੀਤੀ ਉਹਨਾਂ ਦੇ ਉੱਪਰ ਕੇਂਦਰਿਤ ਕਰਕੇ ਤੇ ਪੂਰੇ ਦੁਨੀਆ ਨੂੰ ਦਿਖਾਇਆ ਕਿ ਇਦਾਂ ਵੀ ਜਿਹੜੀ ਆਪਣੀ ਜਮਾਤ ਆ ਉਹਨੂੰ ਇਕੱਠੇ ਕੀਤਾ ਜਾ ਸਕਦਾ। ਯੂਪੀ ਵਰਗੀ ਸਟੇਟ ਦੇ ਵਿੱਚ ਉਹਨਾਂ ਨੇ ਕਈ ਵਾਰ ਸਰਕਾਰ ਬਣਾਈ, ਹਾਲਾਂਕਿ ਆਪ ਨਹੀਂ ਉਹਨਾਂ ਨੇ ਬਣਾਈ, ਪਰ ਉਹ ਪੰਜਾਬ ਚੋਂ ਮੈਨੂੰ ਯਾਦ ਆ ਕਿ MP ਵੀ ਰਹੇ। ਤੇ ਉਹਨਾਂ ਦੀ ਬਰਸੀ ਦੇ ਮੌਕੇ ਵੀ ਇੱਥੇ ਜਲੰਧਰ ਦੇ ਨੇੜੇ ਹੀ ਉਹਨਾਂ ਨੇ ਅੱਜ ਸੁਖਬੀਰ ਸਿੰਘ ਬਾਦਲ ਨੇ ਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਜਿਹੜੇ ਕਰਤਾਰਪੁਰ ਹਲਕੇ ਤੋਂ ਉਹਨਾਂ ਨੇ ਰਲ ਕੇ ਇੱਕ ਭੁੱਲ ਸੁਧਾਰ ਰੈਲੀ ਦਾ ਆਯੋਜਨ ਕੀਤਾ ਸੀ। ਤੇ ਇਹ ਹੁਣ ਜਿਹੜੀ ਭੁੱਲ ਇਹ ਕਿਹੜੀ ਆ ਤੇ ਉਹਦੇ 'ਚ ਸੁਧਾਰ ਕੀ ਕਰਨਾ, ਉਹਦੇ 'ਚ ਤਾਂ ਇਹ ਦੋਨੋਂ ਪਾਰਟੀਆਂ ਦੱਸ ਸਕਦੀਆਂ, ਕਿਉਂਕਿ ਹਾਲੇ ਇਹਨਾਂ ਦੇ ਭਾਸ਼ਣ ਜਿਹੜੇ ਆ ਸਾਹਮਣੇ ਨਹੀਂ ਆਏ। ਪਰ ਕਿਸਾਨ ਸੰਗਠਨਾਂ ਵੱਲੋਂ ਜਿਹੜੇ ਵਿਰੋਧ ਦੀ ਤੁਸੀਂ ਗੱਲ ਕੀਤੀ ਆ, ਜਾਂ ਤੁਸੀਂ ਇਹ ਗੱਲ ਕੀਤੀ ਕਿ ਕਿਸਾਨ ਅੰਦੋਲਨ ਦੇ ਲੋਕਾਂ ਨੇ ਕਿਹਾ ਸੀਗਾ ਕਿ ਤੁਸੀਂ ਹਾਲੇ ਵੱਡੀਆਂ ਰੈਲੀਆਂ ਨਾ ਕਰੋ, ਹਾਲੇ ਤੱਕ ਤੁਸੀਂ ਸਿਰਫ ਉਸ ਗੱਲ ਤੱਕ ਸੀਮਤ ਰਹੋ ਕਿ ਜਦੋਂ ਚੋਣ ਜਾਬਤਾ ਲੱਗੇਗਾ ਤਦ ਤੱਕ ਤੁਸੀਂ ਆਪਣੇ ਇਹਨਾਂ ਸਾਰੇ ਪ੍ਰੋਗਰਾਮਾਂ ਨੂੰ ਮੁਲਤਵੀ ਰੱਖੋ। ਛੋਟੇ ਛੋਟੇ ਫੰਕਸ਼ਨ ਜਾਂ ਕਿਤੇ ਕੋਈ ਜ਼ਰੂਰੀ ਕੰਮ ਨੇ ਉਹ ਤੁਸੀਂ ਕਰਦੇ ਰਹੋ, ਅੰਦਰ ਖਾਤੇ ਜਾਂ ਮਿਲ ਕੇ ਲੋਕਾਂ ਨਾਲ ਜਿਹੜੀ ਤੁਸੀਂ ਗੱਲ ਕਰਨੀ ਉਹ ਕਰ ਲਓ। ਪਰ ਇੱਥੇ ਇੱਕ ਵੱਡੀ ਰੈਲੀ ਦਾ ਆਯੋਜਨ ਸੀ ਤੇ ਹੁਣੇ ਖਬਰ ਆਈ ਆ ਕਿ ਉੱਥੇ ਕਿਸਾਨ ਆਗੂਆਂ ਨੇ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਕਿ ਅਸੀਂ ਇਹਦਾ ਵਿਰੋਧ ਕਰਾਂਗੇ। ਉਹ ਕਰ ਹੀ ਰਹੇ ਨੇ, ਉਹ ਇਹਨਾਂ ਦਾ ਨਹੀਂ, ਹਰ ਫੰਕਸ਼ਨ ਦਾ, ਹਰ ਵੱਡੇ ਛੋਟੇ ਲੀਡਰ ਦਾ, ਹਰ ਪਾਰਟੀ ਦੇ ਲੋਕਾਂ ਦਾ ਵਿਰੋਧ ਕਰ ਰਹੇ ਨੇ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਅਸੀਂ ਗੱਲ ਕੀਤੀ ਹੈ, ਜਦੋਂ ਉਹ ਮੋਹਾਲੀ ਤੋਂ ਤੁਰੇ ਸੀ ਪਟਿਆਲੇ ਤੋਂ ਮੋਹਾਲੀ ਨੂੰ, ਤੇ ਉਹਨਾਂ ਦਾ ਵੀ ਵਿਰੋਧ ਹੋਇਆ। ਬੀਬੀਆਂ ਨੇ ਜਾਂ ਕਿਸਾਨ ਆਗੂਆਂ ਨੇ ਝੰਡੇ ਉਹਨਾਂ ਨੂੰ ਵੀ ਦਿਖਾਏ। ਪਰ ਇੱਥੇ ਅੱਜ ਫਿਰ ਇੱਕ ਬੜੀ ਪੁਰਾਣੀ ਘਟਨਾ ਦੁਹਰਾ ਹੋਈ ਆ। ਇੱਕ ਯਾਦ ਹੋਣਾ ਤੁਹਾਨੂੰ, ਦਿੱਲੀ ਦੇ ਵਿੱਚ ਚਿਦੰਬਰਮ ਸਾਹਿਬ ਉਦੋਂ ਫਾਈਨਾਂਸ ਮਿਨਿਸਟਰ ਹੁੰਦੇ ਸੀ ਤੇ ਉਹਨਾਂ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਜੁੱਤੀ ਜਿਹੜੀ ਆ ਉਹ ਸੁੱਟੀ ਗਈ ਸੀ। ਤੇ ਉਹ ਜੁੱਤੀ ਸੁੱਟਣ ਵਾਲੇ ਸ਼ਖਸ ਬਾਅਦ ਵਿੱਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਕੇ MLA ਵੀ ਬਣੇ ਸੀ ਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਆ ਸਰੀਰਕ ਯਾਤਰਾ ਵੀ ਉਹਨਾਂ ਦੀ ਖਤਮ ਹੋ ਚੁੱਕੀ ਹੈ ਹੁਣ ਤਾਂ। ਤੇ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਆ ਵਿਰੋਧ ਪ੍ਰਗਟ ਕਰਨ ਲਈ ਲੋਕਤੰਤਰ ਦੇ ਵਿੱਚ ਇਹੋ ਜਿਹੀਆਂ ਕੀਤੀਆਂ ਜਾਂਦੀਆਂ ਜਿਨ੍ਹਾਂ ਨੂੰ ਬਿਲਕੁਲ ਬੁਰੇ ਤਰੀਕੇ ਨਾਲ ਵੀ ਦੇਖਿਆ ਜਾਂਦਾ, ਪਰ ਉਹਨੂੰ ਤੁਸੀਂ ਜੁੱਤੀ ਨਾ ਦੇਖ ਕੇ ਲੋਕਾਂ ਦੇ ਵਿਰੋਧ ਪ੍ਰਗਟਾਵਾ ਕਰਨ ਦਾ ਇੱਕ ਸੰਕੇਤ ਦੇ ਤੌਰ ਤੇ ਦੇਖੋ। ਸਿਆਹੀ ਸੁੱਟ ਦਿੰਦੇ ਨੇ ਜਾਂ ਕਈ ਵਾਰ ਕੂੜਾ ਸਾਹਮਣੇ ਸੁੱਟ ਦਿੰਦੇ ਨੇ, ਤੇ ਫਿਰ ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਲੋਕ ਰੋਹ ਦੇ ਤੌਰ ਤੇ ਦੇਖਣਾ ਚਾਹੀਦਾ। ਤੇ ਅੱਜ ਵੀ ਉਹੀ ਘਟਨਾ ਇੰਜ ਲੱਗੀ ਆ ਕਿ ਜਦੋਂ ਉਹ ਕਾਰ ਦੇ ਵਿੱਚ ਉੱਥੇ ਪਹੁੰਚ ਰਹੇ ਸੀ ਰੈਲੀ ਵਾਲੀ ਸਥਾਨ ਤੇ, ਭਾਰੀ ਪੁਲਿਸ ਪ੍ਰਸ਼ਾਸਨ ਉੱਥੇ ਲੱਗਿਆ ਹੋਇਆ ਸੀ, ਪਰ ਫਿਰ ਵੀ ਕਿਸੇ ਨੇ ਉਹਨਾਂ ਦੀ ਜਿਹੜੀ ਜੁੱਤੀ ਆ ਉਹ ਉਹਨਾਂ ਵੱਲ, ਉਹਨਾਂ ਦੀ ਚੱਲਦੀ ਕਾਰ ਵੱਲ ਸੁੱਟੀ ਆ। ਤੇ ਵੱਖਰੀ ਜਗ੍ਹਾ ਤੋਂ ਹੁਣ ਉਹਦੇ ਪ੍ਰਤੀਕਰਮ ਆਉਣਗੇ। ਪਰ ਕੱਲ ਹੀ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਰਕਰਾਂ ਨਾਲ ਇਹ ਗੱਲ ਕੀਤੀ ਸੀ ਕਿ ਕਿਸਾਨ ਜੇ ਵਿਰੋਧ ਕਰਦੇ ਨੇ ਉਹਨਾਂ ਨੂੰ ਕਰਨ ਦਿਓ, ਅਸੀਂ ਆਪਣਾ ਪ੍ਰੋਗਰਾਮ ਜਾਂ ਆਪਣਾ ਕੰਮ ਜਿਹੜਾ ਹੈ ਉਹ ਕਰਨਾ ਹੈ, ਅਸੀਂ ਉਹਨਾਂ ਦਾ ਧਿਆਨ ਜਿਹੜਾ ਉਹ ਨਹੀਂ ਕਰਨਾ, ਉੱਧਰ ਕੋਈ ਵਿਰੋਧ ਉਹਨਾਂ ਨੂੰ ਜਾਂ ਕੁਝ ਨਹੀਂ ਕਹਿਣਾ, ਜਾਂ ਇਹੋ ਜਿਹੀ ਗੱਲ ਉਹਨਾਂ ਨੇ ਆਪਣੇ ਵਰਕਰਾਂ ਨਾਲ ਜ਼ਰੂਰ ਕੀਤੀ ਸੀ। ਪਰ ਗੱਲ ਫਿਰ ਉੱਥੇ ਹੀ ਆ ਕਿ ਤੁਸੀਂ ਜਿਸ ਪ੍ਰਦੇਸ਼ ਵਿੱਚ ਰਹਿੰਦੇ ਹੋ, ਜਿੱਥੇ ਦੀਆਂ ਘਟਨਾਵਾਂ ਨਾਲ ਤੁਸੀਂ ਬਾਸਤ ਹੋ, ਜਿੱਥੋਂ ਤੁਸੀਂ ਵੋਟਾਂ ਲੈ ਕੇ ਆਉਣ ਵਾਲੇ ਸਮੇਂ 'ਚ ਸਰਕਾਰ ਬਣਾਉਣ ਬਾਰੇ ਸੋਚ ਰਹੇ ਹੋ, ਉੱਥੇ ਲੋਕ ਤੁਹਾਡਾ ਵਿਰੋਧ ਹਾਲੇ ਵੀ ਕਰ ਰਹੇ ਨੇ। ਤੇ ਇਹ ਤੁਹਾਨੂੰ ਗੱਲ ਜਿਹੜੀ ਆ ਉਹ ਥੋੜ੍ਹੀ ਜਿਹੀ ਸੋਚਣੀ ਚਾਹੀਦੀ ਆ, ਜਾਂਚਣੀ ਚਾਹੀਦੀ ਆ, ਸਮਝਣੀ ਚਾਹੀਦੀ ਆ। ਇਹ ਰੈਲੀਆਂ ਦੇ ਵਿੱਚ ਜ਼ਰੂਰੀ ਹੁੰਦੀਆਂ ਕਿਤੇ ਨਾ ਕਿਤੇ, ਸ਼ਰਧਾਂਜਲੀ ਦੇਣੀ ਵੀ ਜ਼ਰੂਰੀ ਸੀ। ਪਰ ਹੁਣ ਫਿਰ ਕਿਸਾਨ ਆਗੂ ਹੀ ਇਹ ਗੱਲ ਪੁੱਛਦੇ ਨੇ ਕਿ 2006 ਤੋਂ ਲੈ ਕੇ 2021 ਤੱਕ 15 ਸਾਲ ਹੋ ਗਏ ਕਾਂਸ਼ੀ ਰਾਮ ਜੀ ਦੇ ਇਸ ਜਹਾਨ 'ਚੋਂ ਗਿਆ ਨੂੰ, ਤੁਸੀਂ ਕਿੰਨੀ ਕੁ ਵਾਰ ਉਹਨਾਂ ਲਈ ਜਿਹੜਾ ਇਹ ਸਮਾਗਮ ਕੀਤਾ? ਤੁਸੀਂ ਇਸ ਗੱਲ ਦਾ ਨਾਮ ਲੈਂਦੇ ਹੋ ਹੁਣ ਕਿਸਾਨਾਂ ਦੇ ਉੱਤੇ, ਤੁਸੀਂ ਇਸ ਗੱਲ ਦਾ ਰੋਸ ਕਰੋਗੇ ਕਿ ਅਸੀਂ ਇੱਕ ਸ਼ਰਧਾਂਜਲੀ ਦੇਣੀ ਸੀ ਤੇ ਤੁਸੀਂ ਉਹ ਸਾਨੂੰ ਨਹੀਂ ਦੇਣ ਦਿੱਤੀ। ਉਹਨਾਂ ਨੇ ਕਿਹਾ, ਕਿਸਾਨ ਆਗੂਆਂ ਨੇ, ਕਿ ਸਾਡਾ ਜਿਹੜਾ ਵਿਰੋਧ ਆ ਉਹ ਤੁਹਾਡੀ ਰਾਜਨੀਤਿਕ ਗਤੀਵਿਧੀਆਂ ਨਾਲ ਹੈ, ਹੋਰ ਕਿਸੇ ਗੱਲ ਨਾਲ। ਸ਼ਰਧਾਂਜਲੀ ਤੁਸੀਂ ਇਹ ਦੱਸੋ ਕਿ ਤੁਸੀਂ ਪਿਛਲੇ 15 ਸਾਲਾਂ 'ਚ ਕਿੱਥੇ ਤੇ ਕਦੋਂ ਜਾਂ ਕਿੰਨੀ ਕੁ ਵਾਰ ਤੁਸੀਂ ਬਾਬੂ ਕਾਂਸ਼ੀ ਰਾਮ ਜੀ ਨੂੰ ਯਾਦ ਕੀਤਾ? ਤੇ ਇਹ ਗੱਲ ਅਸੀਂ ਜਾਣਦੇ ਹਾਂ ਕਿ ਇਹਨਾਂ ਲੀਡਰਾਂ ਨੂੰ, ਮੈਂ ਇਕੱਲੀ ਇੱਥੇ ਸੁਖਬੀਰ ਸਿੰਘ ਬਾਦਲ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਨਹੀਂ ਕਰਦਾ, ਸਾਰੇ ਹੀ ਲੀਡਰਾਂ ਨੂੰ, ਸਾਰੀਆਂ ਹੀ ਪਾਰਟੀਆਂ ਦੀਆਂ ਨੂੰ, ਇਹ ਲੋਕ, ਇਹ ਵੱਡੇ ਲੋਕ, ਇਹ ਪੁਰਾਣੇ ਸਤੰਭ ਉਦੋਂ ਹੀ ਯਾਦ ਆਉਂਦੇ ਨੇ ਜਦੋਂ ਵੋਟਾਂ ਦੇ ਦਿਨ ਨੇੜੇ ਹੁੰਦੇ ਨੇ, ਜਾਂ ਫਿਰ ਜਦੋਂ ਉਸ ਫਿਰਕੇ, ਉਸ ਸਮੂਹ, ਉਸ ਜਾਤੀ, ਉਸ ਧਰਮ ਦੇ ਲੋਕਾਂ ਨੂੰ ਆਪਣੇ ਨੇੜੇ ਲਿਆਉਣ ਦੇ ਯਤਨ ਕਰਦੇ ਨੇ। ਜੀ ਅੰਮ੍ਰਿਤਪਾਲ ਸ਼ਰਮਾ ਜੀ, ਹੁਣ ਇੱਕ ਐਸਾ ਮੁੱਦਾ ਜਿਹੜਾ ਚਰਚਾ 'ਚ ਹਮੇਸ਼ਾ ਬਣਿਆ ਰਹਿੰਦਾ ਹੈ, ਕਦੀ ਸਰਹੱਦ ਪਾਰੋਂ ਇੱਧਰੋਂ ਆ ਰਹੀ ਹੈ ਪੰਜਾਬ ਵਾਲੇ ਪਾਸਿਓਂ, ਕਦੀ ਗੁਜਰਾਤ ਵਾਲੇ ਪਾਸਿਓਂ। ਪਿਛਲੇ ਦਿਨੀ ਗੁਜਰਾਤ 'ਚ ਇੱਕ ਵੱਡੀ ਖੇਪ ਹੈਰੋਇਨ ਦੀ ਬਰਾਮਦ ਹੋਈ ਸੀ। ਉਹ ਮਾਮਲਾ ਹੁਣ ਪੰਜਾਬ ਨਾਲ ਜੁੜਦਾ ਨਜ਼ਰ ਆ ਰਿਹਾ। ਕਿੱਥੇ ਜੁੜੇ ਨੇ ਇਸ ਘਟਨਾ ਦੇ ਤਾਰ? ਬਿਲਕੁਲ ਪਰਮਿੰਦਰ ਜੀ, ਨਸ਼ਾ ਸਾਡੇ ਸਮਾਜ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ, ਸਾਡੇ ਮੁਲਕ ਦੇ ਵਿੱਚ ਬਹੁਤ ਡੂੰਘਿਆ ਲੈ ਚੁੱਕਿਆ ਤੇ ਉਹਦੇ ਜਿਹੜੇ ਦੁਸ਼ਪ੍ਰਭਾਵ ਆ ਅਸੀਂ ਬਹੁਤ ਨੇੜਿਓਂ ਦੇਖੇ ਨੇ। ਪੰਜਾਬ ਦਾ ਖੌਰੇ ਹੀ ਕੋਈ ਪਿੰਡ ਹੋਵੇ ਜਿੱਥੇ ਹੁਣ ਤੱਕ ਇਸ ਨਸ਼ੇ ਦੇ ਨਾਲ ਕਿਸੇ ਨਾ ਕਿਸੇ
ਨੌਜਵਾਨ ਦੀ ਮੌਤ ਨਾ ਹੋਈ ਹੋਵੇ। ਬੀਤੇ ਦੇ ਵਿੱਚ ਸ਼ਰਾਬ ਨੂੰ ਬਹੁਤ ਵਰਜਿਤ ਮੰਨਿਆ ਜਾਂਦਾ ਸੀ, ਪਰ ਹੁਣ ਤੇ ਕਿੰਨੇ ਕੁ ਨਸ਼ੇ ਸਾਡੇ ਸਾਹਮਣੇ ਪਹੁੰਚ ਗਏ ਜਿਨ੍ਹਾਂ ਦਾ ਬਿਆਨ ਕਰਨਾ ਵੀ ਔਖਾ। ਦੁਨੀਆ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ੇ ਦੀ ਸਮਗਲਿੰਗ ਜਿਹੜੀ ਆ ਉਹ ਬੀਤੇ ਦਿਨੀ ਭਾਰਤ ਵਿੱਚ ਹੋਈ। ਅਫਗਾਨਿਸਤਾਨ ਤੋਂ ਕਿਹਾ ਜਾਂਦਾ ਬਾਇਆ ਈਰਾਨ ਬੰਦਰਗਾਹ ਤੋਂ ਹੋ ਕੇ 2 ਸ਼ਿਪਮੈਂਟਸ ਜਿਹੜੀਆਂ 2 ਕੰਟੇਨਰਾਂ ਦੇ ਵਿੱਚ ਮੁੰਦਰਾ ਏਅਰਪੋਰਟ ਜਿਹੜੀ ਹੈਗੀ ਆ ਬੰਦਰਗਾਹ ਗੁਜਰਾਤ ਦੇ ਵਿੱਚ ਉੱਥੇ ਪਹੁੰਚੀ। ਉਹ ਜਿਹੜੀ ਬੰਦਰਗਾਹ ਆ ਉਹ ਵੀ ਅਡਾਨੀ ਗਰੁੱਪ ਕੋਲ ਲੀਜ਼ ਤੇ ਆ। ਭਾਰਤ ਸਰਕਾਰ ਨੇ ਉਹਨਾਂ ਨੂੰ ਇਨਾਮ ਦਿੱਤਾ ਹੋਇਆ ਕਿਉਂਕਿ ਉਹ ਉਹਨਾਂ ਦੇ ਜਹਾਜ਼ ਵਰਤ ਕੇ ਹੀ ਮੋਦੀ ਸਾਹਿਬ ਨੇ ਸਰਕਾਰ ਬਣਾਈ ਸੀ ਤੇ ਉਹਨਾਂ ਦੇ ਦੋਸਤ ਵੀ ਨੇ ਤੇ ਮੋਦੀ ਸਾਹਿਬ ਇਹ ਗੱਲ ਸ਼ਰੇਆਮ ਕਬੂਲ ਕਰਦੇ ਨੇ ਕਿ ਹਾਂ ਇਹ ਮੇਰਾ ਦੋਸਤ ਆ। ਉਹਨਾਂ ਨੂੰ ਲੈ ਕੇ ਵੱਖਰੇ ਵੱਖਰੇ ਦੇਸ਼ਾਂ ਦੇ ਦੌਰੇ ਵੀ ਕਰਦੇ ਨੇ ਤੇ ਅਡਾਨੀ ਵਾਲਮਰ ਗਰੁੱਪ ਦੇ ਜਿਹੜੇ ਅਡਾਨੀ ਸਾਹਿਬ ਨੇ ਉਹ ਇਸ ਗੱਲ ਲਈ ਚਰਚਾ 'ਚ ਵੀ ਰਹਿੰਦੇ ਨੇ। ਪਰ ਉੱਥੇ ਜਦੋਂ 3000 ਕਿਲੋ ਜਿਹਦੀ ਅੰਤਰਰਾਸ਼ਟਰੀ ਕੀਮਤ 15 ਜਾਂ 21 ਹਜ਼ਾਰ ਕਰੋੜ ਅੰਕੀ ਜਾਂਦੀ ਆ, ਜਦੋਂ ਉਹ ਫੜੀ ਜਾਂਦੀ ਹੈ ਤੇ ਉਹਦਾ ਕੋਈ ਵੱਡਾ ਚਰਚਾ ਜਿਹੜਾ ਉਹ ਨਹੀਂ ਹੁੰਦਾ। ਜਦ ਕਿ ਜੇ ਕਿਸੇ ਪਿੰਡ ਦੇ ਛੋਟੇ-ਮੋਟੇ ਬੰਦੇ ਕੋਲੋਂ ਕੋਈ 10 ਗ੍ਰਾਮ 2 ਗ੍ਰਾਮ ਨਸ਼ਾ ਵੀ ਫੜ ਲਿਆ ਜਾਵੇ ਤੇ ਉਹਨੂੰ ਝੱਟ ਪੁਲਿਸ ਜਿਹੜੀ ਆ ਉਹ ਫੜ ਕੇ ਲੈ ਜਾਂਦੀ ਆ। ਤੇ ਇਹ ਇਸ ਘਟਨਾ ਦੀ ਇਸ ਕਰਕੇ ਵੀ ਜ਼ਿਕਰ ਕਰਨਾ ਜ਼ਰੂਰੀ ਆ ਕਿ ਦੁਨੀਆ ਦੇ ਵਿੱਚ ਇੰਨੀ ਵੱਡੀ ਖੇਪ ਕਦੀ ਆਈ ਨਹੀਂ। ਤੇ ਚੈਨਲਾਂ ਦਾ ਜਾਂ ਮੀਡੀਆ ਦਾ ਜਾਂ ਅਖਬਾਰੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਤੇ ਫੜੀ ਗਈ ਜਿਹਦਾ ਪਤਾ ਲੱਗ ਗਿਆ, ਇਹ ਤੋਂ ਪਹਿਲਾਂ ਪਤਾ ਨਹੀਂ ਕਿੰਨੀ ਕੁ ਵਾਰ ਆਈ ਹੋਣੀ ਆ। ਤੇ ਇਸ ਘਟਨਾ ਦੇ ਜਿਹੜੀ ਤੁਸੀਂ ਤਾਰ ਦੀ ਗੱਲ ਕੀਤੀ ਆ, ਇੱਕ ਅੰਮ੍ਰਿਤਸਰ ਤੋਂ ਹੀ ਬੰਦੇ ਨੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਆਗੂ ਸੀ। ਪਹਿਲਾਂ ਤਾਂ ਉਹ ਸੀਗੇ, ਹੁਣ ਤਾਂ ਉਹ ਪਾਰਟੀ ਛੱਡ ਚੁੱਕੇ ਨੇ ਜਾਂ ਪਾਰਟੀ ਉਹਨਾਂ ਨੂੰ ਕੱਢ ਚੁੱਕੀ ਆ, ਕਿਉਂਕਿ ਜਨਵਰੀ ਦੇ ਵਿੱਚ ਉਹਨਾਂ ਦੇ ਘਰੋਂ ਵੀ 2 ਕੁਆਂਟਲ ਦੇ ਨੇੜੇ ਤੇੜੇ ਜਾਣੀ ਕਿ 197 ਕਿਲੋ ਹੈਰੋਇਨ ਜਿਹੜੀ ਆ ਉਹਨਾਂ ਕੋਲੋਂ ਫੜੀ ਗਈ ਸੀ। ਤੇ ਫਿਰ ਉਹਨਾਂ ਨੇ ਇੱਕ ਸੁਸਾਈਡ ਵੀ ਅਟੈਂਪਟ ਕੀਤਾ ਸੀ ਤੇ ਨਾਲ ਦੀ ਨਾਲ ਇਹ ਵੀ ਕਿਹਾ ਸੀਗਾ ਕਿ ਮੈਨੂੰ ਕੁਝ ਪੁਲਿਸ ਦੇ ਅਫਸਰ ਜਿਹੜੇ ਨੇ ਉਹ ਤੰਗ ਕਰਦੇ ਨੇ। ਉਹਨਾਂ ਦੀ ਇੱਕ ਵਾਰ ਫਿਰ ਜਾਂਚ ਪੜਤਾਲ ਕਰਨ ਦੀ ਗੱਲ ਸਾਹਮਣੇ ਆਈ ਆ। ਸੋ ਗੱਲ ਇਹ ਆ ਕਿ ਇਹ ਜਿਹੜੀ ਘਟਨਾਵਾਂ ਨੇ ਇਹਨਾਂ ਨੂੰ ਅੰਜਾਮ ਜਦੋਂ ਆਉਂਦਾ ਆ, ਜਦੋਂ ਇਹੋ ਜਿਹੀਆਂ ਗੱਲਾਂ ਦੇਖਦੇ ਆ, ਫਿਰ ਸਾਨੂੰ ਲੱਗਦਾ ਕਿ ਸਾਡੇ ਤੰਤਰ ਦੇ ਵਿੱਚ ਬਹੁਤ ਸਾਰੀਆਂ ਮੋਰੀਆਂ ਨੇ ਤੇ ਇਹ ਜਿਹੜੀਆਂ ਮੋਰੀਆਂ ਨੇ ਇਹ ਰਾਜਨੀਤਿਕ ਸਪੋਰਟ ਤੋਂ ਬਿਨਾਂ ਤੇ ਵੱਡੀ ਤੰਤਰ ਦੀ ਵੱਡੀ ਸਪੋਰਟ ਤੋਂ ਬਿਨਾਂ ਇਹ ਸਾਰੇ ਕੰਮ ਜਿਹੜੇ ਹੋ ਨਹੀਂ ਸਕਦੇ। ਕਿਉਂਕਿ ਤੁਸੀਂ ਇਸ ਗੱਲ ਨੂੰ ਸਮਝਦੇ ਆ ਕਿ ਪੁਲਿਸ ਨੂੰ ਹਰ ਇੱਕ ਛੋਟੀ ਵੱਡੀ ਘਟਨਾ ਦੀ ਜਿਹੜੀ ਜਾਣਕਾਰੀ ਹੁੰਦੀ ਹੈ ਤੇ ਫਿਰ ਇਹਦੇ ਵਿੱਚ ਢਿੱਲੀ ਜਿਹੜੀ ਨਿਆਂ ਪ੍ਰਣਾਲੀ ਆ ਉਹ ਵੀ ਜ਼ਿੰਮੇਵਾਰ ਹੈ। ਪਰ ਅਸੀਂ ਆਸ ਕਰਦੇ ਹਾਂ ਕਿ ਇਹ ਜਿਹੜੀ ਘਟਨਾ ਹੈ ਇਹਦੀ ਛੇਤੀ ਜਾਂਚ ਹੋ ਜਾਏ ਤੇ ਸਾਰੇ ਲੋਕ ਜਿਹੜੇ ਫੜੇ ਜਾਣ ਤੇ ਅੱਗੋਂ ਤੋਂ ਭਾਰਤ ਵਿੱਚ ਇਹੋ ਜਿਹਾ ਕੋਈ ਨਸ਼ਾ ਜਿਹੜਾ ਉਹ ਨਾ ਆਵੇ। ਜੀ ਸ਼ਰਮਾ ਜੀ, ਵਿਚਾਰ ਚਰਚਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ, ਪਰ ਵੇਲਾ ਹੈ ਬ੍ਰੇਕ ਦਾ। ਵਕਫੇ ਤੋਂ ਬਾਅਦ ਵਿਚਾਰ ਚਰਚਾ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਅੰਮ੍ਰਿਤ ਜੀ, ਹੁਣ ਗੱਲ UPSC ਦੀ ਕਰ ਰਹੇ ਹਾਂ। ਤੁਸੀਂ ਕਦੇ ਇਮਤਿਹਾਨ ਦਿੱਤਾ ਇਹਦਾ ਕਿ ਨਹੀਂ? ਨਹੀਂ ਜੀ, UPSC ਦਾ ਕੋਈ ਐਗਜ਼ਾਮ ਨਹੀਂ ਦਿੱਤਾ। ਤਾਂ ਵੀ ਤੁਸੀਂ ਚੰਗੇ ਕਾਰੋਬਾਰ ਕਰਦੇ ਹੋ ਨਾ? ਬਹੁਤ ਕੰਮ ਆ। ਪਰ ਸਾਡੀ ਸਰਕਾਰ ਨਾ ਇਸ ਭਰਤੀ ਦੀ ਪ੍ਰਕਿਰਿਆ ਦੇ ਵਿੱਚ ਨਵੀਆਂ ਨਿਯੁਕਤੀਆਂ ਕਰ ਰਹੀ ਹੈ, ਪਰ ਇਮਤਿਹਾਨ ਕੋਈ ਲੈ ਹੀ ਨਹੀਂ ਰਹੀ। ਇਹ ਕੀ ਮਾਮਲਾ ਹੈ ਸਾਰਾ? UPSC ਯੂਨੀਅਨ ਪਬਲਿਕ ਸਰਵਿਸ ਕਮਿਸ਼ਨ, ਜਿਹਨੂੰ ਪਹਿਲਾਂ ਅੰਗਰੇਜ਼ਾਂ ਦੇ ਟਾਈਮ 47 ਤੋਂ ਪਹਿਲਾਂ ਸਿਰਫ ਪਬਲਿਕ ਸਰਵਿਸ ਕਮਿਸ਼ਨ ਕਿਹਾ ਜਾਂਦਾ ਸੀ, 1 ਅਕਤੂਬਰ 1926 ਨੂੰ ਇਸ ਕਮਿਸ਼ਨ ਦਾ ਗਠਨ ਹੋਇਆ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਭਰਤੀਆਂ ਕਰਨ ਲਈ, ਨੌਕਰੀਆਂ ਦੇਣ ਲਈ। ਤੇ ਬਹੁਤ ਖਾਸ ਤਰ੍ਹਾਂ ਦੇ ਲੋਕ ਜਿਨ੍ਹਾਂ ਦੇ ਵਿੱਚ ਉਹਨਾਂ ਨੂੰ IAS IPS IFS IRS ਸੈਕਟਰੀ, ਅੰਡਰ ਸੈਕਟਰੀ, ਜੁਆਇੰਟ ਸੈਕਟਰੀ, ਡਾਇਰੈਕਟਰ, ਜਿਹੜੀਆਂ ਵੱਡੀਆਂ ਪੋਸਟ ਨੇ, ਵੱਡੇ ਅਹੁਦਿਆਂ ਦੇ ਉੱਤੇ ਉਹਨਾਂ ਨੂੰ ਭਰਤੀ ਕਰਨ ਲਈ ਕੰਮ UPSC ਕਰਦੀ ਹੈ। ਹਾਲਾਂਕਿ ਉਹ ਗ੍ਰੇਡ 2 ਗ੍ਰੇਡ 3 ਹੋਰ ਸਾਰੀਆਂ ਨਿਯੁਕਤੀਆਂ ਵੀ UPSC ਹੀ ਕਰਦੀ ਹੈ। ਭਾਰਤ ਵਿੱਚ ਵੱਡੇ ਵੱਡੇ ਐਗਜ਼ਾਮ UPSC ਹੀ ਕੰਡਕਟ ਕਰਦੀ ਹੈ। ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲਾਂ ਇਹ ਪਬਲਿਕ ਸਰਵਿਸ ਕਮਿਸ਼ਨ ਹੁੰਦਾ ਸੀ, ਉਦੋਂ ਜਿਹੜੀ ਇਹ ਪ੍ਰੀਖਿਆ ਸੀ IAS ਵਾਲੀ, ਇਹਨੂੰ ICS ਕਿਹਾ ਜਾਂਦਾ ਸੀ, ਇੰਡੀਅਨ ਸਿਵਲ ਸਰਵਿਸਿਜ਼। ਤੇ ਇਹ ਪਾਸ ਵੀ ਲੋਕ ਬਾਹਰੋਂ ਕਰਕੇ ਆਉਂਦੇ ਸੀ। MS ਰੰਧਾਵਾ, ਮਹਿੰਦਰ ਸਿੰਘ ਰੰਧਾਵਾ, ਜਿਨ੍ਹਾਂ ਨੂੰ ਅਸੀਂ ਫੁੱਲਾਂ ਵਾਲੇ ਰੰਧਾਵੇ ਦੇ ਤੌਰ ਤੇ ਜਾਣਦੇ ਹਾਂ, ਜਿਹੜੇ ਚੰਡੀਗੜ੍ਹ ਜਦੋਂ ਬਣਿਆ ਉਹਦੇ ਪਹਿਲੇ DC ਲੱਗੇ। ਜਦੋਂ ਵੰਡ ਹੁੰਦੀ ਆ ਦੇਸ਼ ਦੀ ਤੇ ਦਿੱਲੀ ਦੇ ਵਿੱਚ ਪੰਜਾਬੀਆਂ ਲਈ ਬਹੁਤ ਵੱਡੇ ਉਹਨਾਂ ਨੇ ਕੰਮ ਕੀਤੇ, ਉਹ ICS ਸਨ। ਸਰਦਾਰ ਸਿੰਘ ਕਪੂਰ, ਜਿਹੜੇ ਕਦੇ ਪੰਜਾਬ ਦੇ ਵੱਡੇ ਵੱਡੇ ਜ਼ਿਲ੍ਹਿਆਂ ਦੇ DC ਰਹੇ, ਉਹ ਵੀ ICS ਸਨ। ਸੋ ਹੁਣ UPSC ਦੇ ਵਿੱਚ ਕੁਝ ਚੇਂਜਸ ਇਸੇ ਸਰਕਾਰ ਦੇ ਦੌਰਾਨ ਹੋਈਆਂ। UPSC ਪਹਿਲਾਂ ਐਗਜ਼ਾਮ ਲੈਂਦੀ ਸੀ, ਜਿਹਦੇ 'ਚ ਪਹਿਲਾਂ ਜਿਹਨੂੰ ਪ੍ਰੀਲਿਮਿਨਰੀ ਕਹਿੰਦੇ ਆ, ਫਿਰ ਪਹਿਲਾਂ ਮੇਨ, ਫਿਰ ਪ੍ਰੀਲਿਮਿਨਰੀ ਤੇ ਫਿਰ ਉਹਦੇ 'ਚ ਇੰਟਰਵਿਊ, 3 ਤਰੀਕੇ ਨਾਲ ਉਹ ਐਗਜ਼ਾਮ ਲੈਂਦੇ ਸੀ। ਉਸ ਤੋਂ ਬਾਅਦ ਹੀ ਕਿਸੇ ਦੀ ਸਿਲੈਕਸ਼ਨ ਜਿਹੜੀ ਆ ਉਹ ਐਡਮਿਨਿਸਟ੍ਰੇਸ਼ਨ ਲੈਵਲ ਦੀਆਂ ਪੋਸਟ ਦੇ ਵਿੱਚ ਹੁੰਦੀ ਸੀ, ਚਾਹੇ ਉਹ IAS ਹੋਵੇ, ਚਾਹੇ ਉਹ IPS ਇੰਡੀਅਨ ਪੁਲਿਸ ਸਰਵਿਸਿਜ਼ ਹੋਣ, ਚਾਹੇ ਫੋਰਨ ਸਰਵਿਸਿਜ਼ ਹੋਣ, ਚਾਹੇ ਉਹ ਰੈਵਨਿਊ ਸਰਵਿਸਿਜ਼ ਹੋਣ। ਰੈਵਨਿਊ ਸਰਵਿਸਿਜ਼ ਤੋਂ ਹੀ ਸਾਨੂੰ ਯਾਦ ਆਉਂਦੇ ਨੇ
ਅਰਵਿੰਦ ਕੇਜਰੀਵਾਲ, ਉਹ ਵੀ ਰੈਵਨਿਊ ਸਰਵਿਸਿਜ਼ ਦੇ ਵਿੱਚ ਆਫੀਸਰ ਸਨ ਤੇ ਬਾਅਦ ਵਿੱਚ ਉਹ ਰਾਜਨੀਤੀ 'ਚ ਆ ਗਏ। ਜੀ 14 ਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਬਣਦੇ ਨੇ ਮੋਦੀ, ਤੇ ਇਹਨਾਂ ਨੂੰ ਪ੍ਰਸ਼ਾਂਤ ਕਿਸ਼ੋਰ ਦੇ ਰੂਪ 'ਚ ਇੱਕ ਸਲਾਹਕਾਰ ਮਿਲਦੇ, ਤੇ ਉਹਨਾਂ ਨੇ ਹੀ ਇਹਨਾਂ ਨੂੰ ਇਹ ਸਲਾਹ ਦਿੱਤੀ, ਦੱਸੀ ਜਾਂਦੀ ਹੈ ਇੰਟਰਵਿਊਜ਼ 'ਚ ਉਹ ਗੱਲ ਕਰਦੇ ਨੇ ਕਿ ਮੈਂ ਇਹਨਾਂ ਨੂੰ ਕਿਹਾ ਕਿ UPSC ਤੋਂ ਇਲਾਵਾ ਸਾਨੂੰ ਵੱਖਰੇ ਵਿਸ਼ਾ ਮਾਹਰ ਸਿੱਧੇ ਤੌਰ ਤੇ ਵੀ ਜਿਹੜੇ ਆ ਉਹ ਸੈਕਟਰੀ, ਅੰਡਰ ਸੈਕਟਰੀ ਜਾਂ ਜੁਆਇੰਟ ਸੈਕਟਰੀ ਜਿਹੜੇ ਆ ਉਹ ਨਿਯੁਕਤ ਕਰਨੇ ਚਾਹੀਦੇ ਨੇ। ਉਹਨਾਂ ਦੀਆਂ ਜਿਹੜੀਆਂ ਸਲਾਹਾਂ ਆ, ਉਹਨਾਂ ਦਾ ਜਿਹੜਾ ਤਜਰਬਾ ਆ, ਉਹਦਾ ਅਸੀਂ ਫਾਇਦਾ ਉਠਾ ਸਕਦੇ ਹਾਂ। ਜੀ ਦੇਖਣ ਨੂੰ, ਸੁਣਨ ਨੂੰ, ਵਿਵਹਾਰਕ ਦੇਖਣ ਤੇ ਸੁਣਨ ਨੂੰ ਇਹ ਗੱਲ ਠੀਕ ਲੱਗਦੀ ਹੈ ਕਿ ਮੈਂ ਭਾਵੇਂ ਉਸ ਐਗਜ਼ਾਮ ਨੂੰ ਪਾਸ ਨਹੀਂ ਕੀਤਾ, ਪਰ ਮੇਰੇ ਕੋਲ ਜੇ ਮੀਡੀਆ ਲਾਈਨ ਦਾ ਜਾਂ ਮੇਰੇ ਕੋਲ ਜੇ ਐਜੂਕੇਸ਼ਨ ਲਾਈਨ ਦਾ ਕੋਈ ਤਜਰਬਾ ਆ, ਤੇ ਮੈਂ ਜੇ ਐਜੂਕੇਸ਼ਨ ਮਿਨਿਸਟਰੀ ਦੇ ਵਿੱਚ ਮੈਨੂੰ ਬਹਾ ਦਿੱਤਾ ਜਾਵੇ ਤੇ ਫਿਰ ਮੈਂ ਕੋਈ ਚੰਗਾ ਕੰਮ ਕਰ ਸਕਾਂ। ਮੈਂ ਵੀ ਤੁਹਾਡੇ ਕਹਿਣ ਤੇ ਆਪਣੀ ਗੱਲ ਕਰ ਲਈ। ਵੱਖਰੇ ਵਿਸ਼ਿਆਂ ਦੀ ਗੱਲ ਕਰੀਏ ਅਸੀਂ, ਆਮ ਤੌਰ ਤੇ ਕਿਹਾ ਜਾਂਦਾ ਕਿ ਕਿਸੇ ਚੰਗੇ ਡਾਕਟਰ ਨੂੰ ਹੈਲਥ ਮਿਨਿਸਟਰ ਬਣਾ ਦਿਓ, ਪਰ ਅਸੀਂ ਦੇਖਿਆ ਕਿ ਇਹੋ ਜਿਹੇ ਬਹੁਤ ਤਜਰਬੇ ਜਿਹੜੇ ਆ ਉਹ ਸਫਲ ਨਹੀਂ ਹੋਏ। ਜਦੋਂ ਅਸੀਂ ਇਸ ਸਾਰੀ ਪ੍ਰਕਿਰਿਆ ਨੂੰ ਪਰਮਿੰਦਰ ਜੀ ਵਿਵਹਾਰਕ ਰੂਪ 'ਚ ਦੇਖਦੇ ਹਾਂ, ਫਿਰ ਉੱਥੇ ਕਈ ਊਣਤਾਈਆਂ ਨਜ਼ਰ ਆਉਂਦੀਆਂ। ਉਹ ਊਣਤਾਈਆਂ ਇੱਦਾਂ ਨਜ਼ਰ ਆਉਂਦੀਆਂ ਕਿ ਕਿਸੇ ਸਾਨੂੰ ਮੰਨ ਲਓ ਕਿ ਅਸੀਂ ਕੁਝ ਬੰਦੇ ਚੁਣਨੇ ਨੇ, ਤੇ ਫਿਰ ਅਸੀਂ ਉਹਦੇ ਵਿੱਚ ਆਪਣੀ ਜਿਹੜੀ ਆ ਹੇਰ ਫੇਰ ਕਰ ਸਕਦੇ ਹਾਂ, ਜੋੜ ਤੋੜ ਲਾ ਸਕਦੇ ਹਾਂ। ਮਿਨਿਸਟਰਸ ਜਾਂ ਫਿਰ ਕੈਬਨਿਟ ਦੇ ਜਿਹੜੇ ਲੋਕ ਨੇ, ਉਹਨਾਂ ਦੇ ਚਹੇਤੇ ਬੰਦੇ ਉਹ ਆ ਸਕਦੇ ਨੇ। ਅਸੀਂ ਬੀਤੇ ਦਿਨੀ ਗੱਲ ਵੀ ਦੇਖੀ ਸੀ ਕਿ ਰਿਲਾਇੰਸ ਤੋਂ ਕੁਝ ਵੱਡੇ ਅਹੁਦੇਦਾਰ ਸੀ ਜਿਹੜੇ ਬਾਅਦ ਵਿੱਚ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਜਾਂ ED ਡਿਪਾਰਟਮੈਂਟ ਦੇ ਵਿੱਚ ਡਾਇਰੈਕਟਰ ਬਣਾ ਦਿੱਤੇ ਗਏ, ਜਾਂ ਇੱਧਰੋਂ ਕੁਝ ਰਿਟਾਇਰ ਹੋਏ ਗਏ ਬੰਦੇ ਜਿਨ੍ਹਾਂ ਦੇ ਵਿੱਚ SBI ਦੀ ਡਾਇਰੈਕਟਰ ਜਾਂ ਚੇਅਰਮੈਨ ਵੀ ਸੀ ਮੈਡਮ, ਤੇ 1-2 ਹੋਰ ਲੋਕ ਸੀ, ਉਹ ਇੱਧਰੋਂ ਛੱਡ ਕੇ ਗਏ ਤੇ ਉਹਨਾਂ ਨੂੰ ਰਿਲਾਇੰਸ ਵਰਗੀਆਂ ਕੰਪਨੀਆਂ ਨੇ ਆਪਣੇ ਸਿੱਧੇ ਡਾਇਰੈਕਟਰ ਘੋਸ਼ਿਤ ਕਰ ਦਿੱਤਾ, ਅਨੁਮੋਦਿਤ ਕਰ ਦਿੱਤਾ। ਇਹਨਾਂ ਤੋਂ ਫਿਰ ਸਰਕਾਰੀ ਦਾ ਤੇ ਕਾਰਪੋਰੇਟ ਦੀ ਜਿਹੜੀ ਗੱਠ ਜੋੜਿਆ, ਉਹਦੀ ਬੂ ਆਉਂਦੀ ਆ। ਹੁਣ ਵੀ ਇਦਾਂ ਹੀ ਕੀਤਾ ਇਹਨਾਂ ਨੇ। ਫਰਵਰੀ ਤੇ ਮਾਰਚ ਦੇ ਵਿੱਚ 200 ਕੁਝ ਪੋਸਟਾਂ ਲਈ ਜਿਹੜੀ ਆ ਅਰਜ਼ੀਆਂ ਦਿੱਤੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਪ੍ਰਾਈਵੇਟ ਤੌਰ ਤੇ ਲੋਕਾਂ ਨੇ ਆਪਣੀਆਂ ਐਪਲੀਕੇਸ਼ਨਾਂ ਦਿੱਤੀਆਂ। ਫਰਵਰੀ ਨੂੰ ਜਿਹੜੀ ਐਪਲੀਕੇਸ਼ਨ ਆਈ ਉਹਦੇ 'ਚ 295, ਤੇ ਮਾਰਚ ਵਾਲੀ ਐਪਲੀਕੇਸ਼ਨ ਦੇ ਵਿੱਚ 1200 ਤੋਂ ਵੱਧ ਲੋਕਾਂ ਨੇ ਐਪਲੀਕੇਸ਼ਨਸ ਉਹਦੇ ਲਈ ਦਿੱਤੀਆਂ। ਜਦੋਂ ਸਕਰੂਟਨਾਈਜ਼ ਕੀਤੀਆਂ ਤੇ 231 ਐਪਲੀਕੇਸ਼ਨਾਂ ਜਿਹੜੀਆਂ ਉਹ ਪਹੁੰਚੀਆਂ ਇੰਟਰਵਿਊ ਤੱਕ। ਫਿਰ ਉਹਨਾਂ 'ਚੋਂ ਇੰਟਰਵਿਊ ਲੈ ਕੇ 31 ਲੋਕ ਸਿਲੈਕਟ ਕਰ ਲਏ ਗਏ, ਜਿਹੜੇ ਹੁਣ ਸਿੱਧੇ ਉਸ ਲੈਵਲ ਤੱਕ ਪਹੁੰਚਣਗੇ। ਕੋਈ ਸੈਕਟਰੀ ਲੱਗੇਗਾ ਕਿਸੇ ਡਿਪਾਰਟਮੈਂਟ ਦਾ, ਕੋਈ ਜੁਆਇੰਟ ਸੈਕਟਰੀ ਤੇ ਕੋਈ ਅੰਡਰ ਸੈਕਟਰੀ ਹੈ, ਕੋਈ ਕਿਸੇ ਡਾਇਰੈਕਟਰ ਵੀ ਲੱਗੇਗਾ। ਉਹਨਾਂ ਦਾ ਕਸੂਰ ਨਹੀਂ ਹੈ, ਸਰਕਾਰ ਦੀ ਜਿਹੜੀ ਪ੍ਰਕਿਰਿਆ ਆ ਉਹਦੇ ਵਿੱਚ ਇਹ ਇੱਕ ਨਵੀਂ ਤਬਦੀਲੀ ਆ, ਨਵੇਂ ਤਰੀਕੇ ਦੇ ਨੁਕਸ ਵੀ ਤੁਸੀਂ ਇਹਨੂੰ ਕਹਿ ਸਕਦੇ ਆ। ਬਹੁਤ ਸਟੂਡੈਂਟ ਸਾਡੇ ਮਿਹਨਤ ਕਰਦੇ ਨੇ, ਵਿਦਿਆਰਥੀ ਇਸ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣ ਲਈ, ਤਾਂ ਜੋ ਉਹ ਸਰਕਾਰੀ ਸਿਸਟਮ ਦੇ ਵਿੱਚ ਜਾ ਸਕਣ। ਜੇ ਤਜਰਬੇ ਦੀ ਗੱਲ ਕਰੀਏ ਤਾਂ ਸਰਕਾਰ ਕੋਲ ਬਹੁਤ ਸਾਰੇ ਤਜਰਬੇਕਾਰ ਹੋਰ ਲੋਕ ਨੇ, ਆਪਣੇ ਅਫਸਰ ਬਹੁਤ ਨੇ। ਆਪਣੀਆਂ ਜਿਹੜੀਆਂ ਸਿੱਧੀਆਂ ਭਰਤੀਆਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ, ਕਰ ਸਕਦੇ ਨੇ। ਜੇ ਇੱਦਾਂ ਵੀ ਉਹਨਾਂ ਨੂੰ ਲੱਗਦਾ ਕਿ ਕੰਮ ਚਲਾਉਣ ਲਈ ਬੰਦੇ ਪ੍ਰਾਈਵੇਟ ਤੌਰ 'ਤੇ ਤਜਰਬੇਕਾਰ ਵੀ ਲੈਣੇ ਆ, ਜੇ ਕਿਸੇ ਦੇ 10, 20, 30 ਸਾਲ ਦੇ ਪ੍ਰਾਈਵੇਟ ਹੁਨਰ ਦਾ ਤਜਰਬਾ ਵੀ ਲੈਣਾ, ਤੇ ਫਿਰ ਉਹਦੇ ਵਿੱਚ ਜਿਹੜੀ ਕੋਈ ਚੋਰ ਮੋਰੀ ਉਹ ਨਾ ਹੋਵੇ, ਤੇ ਫਿਰ ਠੀਕ ਆ। ਬਾਕੀ ਸਰਕਾਰ ਦੀ ਗੱਲ ਆ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ। ਸਾਡਾ ਤਾਂ ਕਹਿਣ ਦਾ ਜਾਂ ਗੱਲ ਨੂੰ ਉਹਦੇ ਖੱਬੇ ਤੇ ਸੱਜੇ ਪਾਸੇ ਦੇਖਣ ਦੀ ਗੱਲ ਜੀ। ਅੰਮ੍ਰਿਤ ਜੀ, ਹੁਣ ਗੱਲ ਉਹਨਾਂ ਪੁਰਸਕਾਰਾਂ ਦੀ ਕਰਦੇ ਆ ਜਿਹੜੇ ਖੁਸ਼ੀ ਦਾ ਮਾਹੌਲ ਪੈਦਾ ਕਰ ਰਹੇ ਨੇ। ਨੋਬਲ ਪੁਰਸਕਾਰ ਦਿੱਤੇ ਜਾਂਦੇ ਨੇ ਵੱਖ-ਵੱਖ ਕੈਟਾਗਰੀਜ਼ ਦੇ ਵਿੱਚ, ਤੇ ਪੱਤਰਕਾਰ ਭਾਈਚਾਰੇ ਨੂੰ ਨੋਬਲ ਪੀਸ ਪ੍ਰਾਈਜ਼ ਦਿੱਤਾ ਗਿਆ। ਕਿਹੜੇ ਪੱਤਰਕਾਰ ਚੁਣੇ ਗਏ ਨੇ? ਬਿਲਕੁਲ, ਜਦੋਂ ਤੁਸੀਂ ਦੁਨੀਆ ਦੇ ਵਿੱਚ ਕਿਸੇ ਪੁਰਸਕਾਰ ਦੀ ਗੱਲ ਕਰਦੇ ਆ, ਤੇ ਸਭ ਤੋਂ ਪਹਿਲਾਂ ਜਿਹੜਾ ਆ ਉਹ ਨੋਬਲ ਪੁਰਸਕਾਰ ਦਾ ਹੀ ਨਾਮ ਸਾਹਮਣੇ ਆਉਂਦਾ। ਡਾਇਨਾਮਾਈਟ ਦੀ ਖੋਜ ਕਰਨ ਲਈ ਵਿਗਿਆਨੀ ਸੀ ਐਲਫਰਡ ਨੋਬਲ। ਕੀਤੀ ਤਾਂ ਸੀਗੀ ਉਹ ਭਲੇ ਵਾਲੇ ਕੰਮਾਂ ਲਈ, ਕਿ ਜਦੋਂ ਕਿਤੇ ਸੜਕ ਬਣਾਉਣੀ ਆ ਜਾਂ ਕਿਤੇ ਹੋਰ ਕਰਨਾ ਆ, ਤੇ ਉਹ ਬਰੂਦ ਜਿਹੜਾ ਵਿਛਾ ਕੇ ਉਹਦੀ ਫਾਇਦਾ ਲਿਆ ਜਾ ਸਕਦਾ। ਪਰ ਜਦੋਂ ਬਣ ਗਿਆ, ਫਿਰ ਉਹਨਾਂ ਨੂੰ ਜਾਪਿਆ ਕਿ ਇਹ ਜਿਹੜੀ ਗੱਲ ਆ ਉਹ ਗਲਤ ਹੋ ਗਈ। ਇਹ ਜਿਹੜਾ ਮੇਰੀ ਬਣਾਈ ਹੋਈ ਖੋਜ ਆ, ਮੇਰੀ ਕੀਤੀ ਹੋਈ ਜਿਹੜੀ ਕੰਮ ਆ, ਇਹਦਾ ਨੁਕਸਾਨ ਵੀ ਦੁਨੀਆ ਨੂੰ ਉਠਾਉਣਾ ਪੈ ਸਕਦਾ, ਜਿਵੇਂ ਅਸੀਂ ਸੁਣਦੇ ਜਾਂ ਜਿੰਨਾ ਕੁ ਅਸੀਂ ਇਹਦੇ ਬਾਰੇ ਪੜ੍ਹਿਆ। ਫਿਰ ਉਹਨਾਂ ਨੇ ਇੱਕ ਨੋਬਲ ਟਰੱਸਟ ਬਣਾਇਆ, ਉਹਦੇ 'ਚ ਕੁਝ ਪੈਸੇ ਜਮ੍ਹਾਂ ਕਰਾਏ, ਤੇ ਫਿਰ ਉਸ ਪੈਸੇ ਦੇ ਵਿਆਜ ਨਾਲ ਕਿਹਾ ਜਾਂਦਾ ਕਿ ਹਰ ਸਾਲ ਇਹ ਜਿਹੜੇ ਪੁਰਸਕਾਰ ਆ ਉਹ ਅਕਤੂਬਰ ਮਹੀਨੇ 'ਚ ਦਿੱਤੇ ਜਾਂਦੇ ਨੇ। ਕਈ ਕੈਟਾਗਰੀਜ਼ ਵਿੱਚ ਦਿੱਤੇ ਜਾਂਦੇ ਨੇ। ਅਸੀਂ ਪਿਛੋਕੜ 'ਚ ਵੀ ਇਹੋ ਜਿਹਾ ਪ੍ਰੋਗਰਾਮ ਕਰ ਚੁੱਕੇ ਹਾਂ। ਸਭ ਤੋਂ ਜ਼ਿਆਦਾ ਚਰਚਾ ਹੁੰਦੀ ਆ ਜਿਹੜਾ ਪੀਸ ਪੁਰਸਕਾਰ ਦਿੱਤਾ ਜਾਂਦਾ, ਸ਼ਾਂਤੀ ਲਈ ਦਿੱਤਾ ਜਾਣ ਵਾਲਾ ਪੁਰਸਕਾਰ ਹੈ। ਕਹਿੰਦੇ ਨੇ ਕਿ 8.5 ਕਰੋੜ ਰੁਪਈਆ ਉਹਦੀ ਕੀਮਤ ਬਣਦੀ ਆ ਭਾਰਤੀ ਕਰੰਸੀ ਦੇ ਵਿੱਚ। ਇਸ ਵਾਰ ਦਾ ਪੀਸ ਪੁਰਸਕਾਰ ਜਿਹੜਾ ਆ ਉਹ 2 ਪੱਤਰਕਾਰਾਂ ਨੂੰ ਦਿੱਤਾ ਗਿਆ, ਤੇ ਮੈਂ ਜ਼ਿਕਰ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਇਸ ਪੀਸ ਪੁਰਸਕਾਰ ਦੀ ਆਸ ਦੇ ਵਿੱਚ ਰਹਿੰਦੇ ਨੇ। ਵੱਡੇ ਲੀਡਰ, ਡੋਨਲਡ ਟਰੰਪ ਦਾ ਨਾਮ ਵੀ ਪਿਛਲੇ 'ਚ ਲਿਆ ਜਾਂਦਾ ਸੀ, ਮਹਾਤਮਾ ਗਾਂਧੀ ਦਾ ਨਾਮ ਕਈ ਵਾਰ ਇਹਦੇ ਵਿੱਚ ਲਿਆ ਜਾਂਦਾ ਰਿਹਾ, ਪਰ ਉਹ ਮਿਲਿਆ ਨਹੀਂ ਇਹਨਾਂ ਨੂੰ।
ਤੇ ਇਸ ਵਾਰ ਜਿਨ੍ਹਾਂ ਨੂੰ ਇਹ ਪੱਤਰਕਾਰ ਜਿਹੜੇ 2 ਪੱਤਰਕਾਰਾਂ ਨੂੰ ਮਿਲਿਆ, ਉਹ ਇੱਕ ਤੇ ਮਾਰੀਆ ਸੇਰਾ ਨੇ, ਫਿਲੀਪਾਈਨਸ ਦੇ ਲੇਡੀ ਪੱਤਰਕਾਰ ਨੇ। ਜੀ ਰੈਪਲਰ ਨਾਂ ਦੀ ਇੱਕ ਵੈਬਸਾਈਟ ਆ ਨਿਊਜ਼ ਦੀ, ਜਿਹਦੇ ਤੇ ਉਹ ਕੰਮ ਕਰਦੇ ਨੇ, ਉਹਦੇ ਉਹ ਸਹਿਬਾਨੀ ਨੇ, ਜਾਣੀ ਕਿ ਉਹਨਾਂ ਦੇ ਨਾਲ ਕੁਝ ਹੋਰ ਵੀ ਲੋਕ ਕੰਮ ਕਰਦੇ ਨੇ। ਜੀ 2006 ਦੇ ਵਿੱਚ ਫਿਲੀਪਾਈਨਸ ਦੇ ਹੀ ਰਾਸ਼ਟਰਪਤੀ ਦੇ ਕੁਝ ਕੰਮਾਂ ਦੀ ਉਹਨਾਂ ਨੇ ਉਹਦੇ 'ਚ ਝਲਕ ਦਿੱਤੀ, ਕੁਝ ਖੁਲਾਸੇ ਕੀਤੇ ਤੇ ਆਪਣੇ ਦੇਸ਼ ਦੇ ਵਿੱਚ ਜਿਹੜੀ ਸੁਤੰਤਰ ਪੱਤਰਕਾਰੀ ਆ, ਫਰੀडम ਆਫ ਸਪੀਚ ਆ, ਉਹਦੀ ਉਹਨਾਂ ਨੇ ਝੰਡਾ ਚੁੱਕ ਕੇ ਰੱਖਿਆ। ਹਾਲਾਂਕਿ ਉਹਨਾਂ ਨੂੰ ਕਈ ਵਾਰ ਉਸ ਕੰਮ ਲਈ ਜੇਲ੍ਹ ਵੀ ਜਾਣਾ ਪਿਆ। ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹਨਾਂ ਦਾ ਚੁਣਾਵ ਕੀਤਾ ਗਿਆ ਤੇ ਉਹਨਾਂ ਨੇ ਜਿਹੜੀ ਆਪਣੀ ਸਪੀਚ ਦਿੱਤੀ ਜਾਂ ਆਪਣੇ ਸ਼ਬਦਾਂ ਦੀ ਗੱਲ ਕੀਤੀ, ਉਹਦੇ 'ਚ ਉਹਨਾਂ ਨੇ ਇਹੀ ਗੱਲ ਕੀਤੀ ਕਿ ਤੱਥਾਂ ਤੋਂ ਬਿਨਾਂ, ਸੱਚਾਈ ਤੋਂ ਬਿਨਾਂ ਜਿਹੜੀ ਪੱਤਰਕਾਰਤਾ ਉਹ ਕੁਝ ਨਹੀਂ ਹੈਗੀ ਤੇ ਉਹ ਜਿਹੜੀ ਆ ਨਹੀਂ ਹੋਣੀ ਚਾਹੀਦੀ, ਤੇ ਉਹਦਾ ਉਹਨਾਂ ਨੇ ਖਮਿਆਜ਼ਾ ਵੀ ਭੁਗਤਿਆ। ਦੂਸਰੇ ਪੱਤਰਕਾਰ ਜਿਨ੍ਹਾਂ ਦੀ ਚੋਣ ਹੋਈ ਆ ਉਹ ਰਸ਼ੀਆ ਤੋਂ ਦਮਿਤਰੀ ਮੁਰਾਤੋਵ ਉਹਨਾਂ ਦਾ ਨਾਮ ਆ। 1993 ਦੇ ਵਿੱਚ ਉਹਨਾਂ ਨੇ ਵੀ ਇੱਕ ਨੋਵਾਜ਼ਾ ਗਜ਼ਟ ਨਾਂ ਦੀ ਇੱਕ ਅਖਬਾਰ ਦਾ ਗਠਨ ਕੀਤਾ, ਉਹਦੇ 'ਚ ਉਹ ਵੀ ਕੰਮ ਕਰਦੇ ਨੇ। ਤੇ ਇਸ ਨੋਬਲ ਕਮੇਟੀ ਦੇ ਜਿਹੜੇ ਚੇਅਰਪਰਸਨ ਨੇ ਮੈਡਮ ਬੈਰਟ ਰੀਡ ਐਂਡਰਸਨ ਉਹਨਾਂ ਦਾ ਨਾਮ ਆ। ਉਹਨਾਂ ਨੇ ਕਿਹਾ ਕਿ ਇਹ ਰਸ਼ੀਆ ਦੀ ਸਭ ਤੋਂ ਆਜ਼ਾਦ ਅਖਬਾਰ ਆ, ਜਿਹੜੀ ਕਿ ਸੱਤਾ ਦਾ ਮੁਲਾਂਕਣ ਕਰਨ ਦੀ ਜ਼ਰੂਰਤ ਰੱਖਦੀ ਆ, ਸੱਤਾ ਦੇ ਵਿੱਚ ਜਿਹੜੀਆਂ ਕਮੀਆਂ ਆ ਉਹਨਾਂ ਨੂੰ ਕੱਢਣ ਦੀ ਗੱਲ ਉਹ ਕਰਦੀ ਆ। ਤੇ ਇਸ ਅਖਬਾਰ ਦੇ ਜਿਹੜੇ ਦਮਿਤਰੀ ਮੁਰਾਤੋਵ ਨੇ, ਉਹਨਾਂ ਨੇ ਦੱਸਿਆ ਕਿ ਇਸ ਅਖਬਾਰ ਨੇ ਜਿੰਨਾ ਕੁ ਨੁਕਸਾਨ ਆਪਣਾ ਝੱਲਿਆ ਕਿ ਬੀਤੇ ਦੇ ਵਿੱਚ ਸਾਡੇ 6 ਪੱਤਰਕਾਰ ਜਿਹੜੇ ਕੋਰਸਪੋਂਡੈਂਟ ਆ ਉਹਨਾਂ ਦਾ ਕਤਲ ਵੀ ਕੀਤਾ ਜਾ ਚੁੱਕਿਆ। ਸੋ ਸੱਚ ਦੀ ਕੀਮਤ ਜਿਹੜੀ ਆ ਉਹ ਸਰਕਾਰਾਂ ਦੇ ਖਿਲਾਫ ਜਦੋਂ ਤੁਸੀਂ ਬੋਲਦੇ ਆ ਫਿਰ ਉਹ ਚੁਕਾਉਣੀ ਪੈਂਦੀ ਆ। ਪਰ ਸਾਰੇ ਪੱਤਰਕਾਰ ਭਾਈਚਾਰੇ ਲਈ ਇਹ ਇੱਕ ਬਹੁਤ ਵੱਡੀ ਗੱਲ ਆ ਕਿ 2 ਪੱਤਰਕਾਰਾਂ ਨੂੰ ਇਹ ਨੋਬਲ ਪੀਸ ਪੁਰਸਕਾਰ ਮਿਲੇ ਨੇ ਤੇ ਉਹਨਾਂ ਨੇ ਆਪਣਾ ਝੰਡਾ ਜਿਹੜਾ ਆ ਹੋਰ ਬੁਲੰਦ ਕਰਨ ਦੀ ਗੱਲ ਕੀਤੀ ਆ। ਉਹਨਾਂ ਨੇ ਕਿਹਾ ਕਿ ਇਸ ਪੈਸੇ ਦਾ ਅਸੀਂ ਉਪਯੋਗ ਵੀ ਇਹਨਾਂ ਕੰਮਾਂ ਲਈ ਹੀ ਕਰਾਂਗੇ ਤੇ ਇਹ ਇੱਕ ਸਬਕ ਵੀ ਹੈ ਉਹਨਾਂ ਲੋਕਾਂ ਲਈ ਜਿਹੜੇ ਚੰਗੀ ਪੱਤਰਕਾਰੀ ਕਰਦੇ ਨੇ, ਤੇ ਉਹਨਾਂ ਲੋਕਾਂ ਲਈ ਵੀ ਸਬਕ ਆ ਜਿਹੜੇ ਕਿ ਜਦੋਂ ਸਰਕਾਰ ਬਣਦੀ ਹੈ ਉਦੋਂ ਹੀ ਪਾਲਾ ਬਦਲ ਕੇ ਉਸ ਪਾਸੇ 'ਚ ਬਹਿ ਜਾਂਦੇ ਨੇ ਤੇ ਸਰਕਾਰ ਨੂੰ ਫਿਰ ਸਿਰਫ ਔਰ ਸਿਰਫ ਪ੍ਰਸ਼ੰਸਾ ਹੀ ਦਿੰਦੇ ਨੇ, ਉਹਦੀ ਜਿਹੜੀ ਆ ਪ੍ਰਚਾਰ ਹੀ ਕਰਦੇ ਨੇ ਤੇ ਭੰਡੀਕਰਨ ਤੋਂ ਕਤਰਾਉਂਦੇ ਨੇ। ਜੀ ਸ਼ਰਮਾ ਜੀ, ਅੱਜ ਦੇ ਵੱਖ-ਵੱਖ ਮੁੱਦਿਆਂ ਤੇ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਤੁਹਾਡਾ ਸਟੂਡੀਓ 'ਚ ਆਉਣ ਲਈ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਸੋ ਦਰਸ਼ਕੋ, ਤੁਹਾਡਾ ਵੀ ਧੰਨਵਾਦ ਕਰਦੇ ਹਾਂ। ਵਿਚਾਰ ਚਰਚਾ ਦੇ ਅੱਜ ਦੇ ਸਿਲਸਿਲੇ ਨਾਲ ਜੁੜਨ ਲਈ ਨਵੇਂ ਮੁੱਦਿਆਂ ਦੇ ਨਾਲ ਫਿਰ ਤੋਂ ਹੋਵਾਂਗੇ ਹਾਜ਼ਰ। ਤੁਸੀਂ ਦੇਖਦੇ ਰਹੋ ਪੰਜਾਬੀ ਨੈਸ਼ਨਲ ਟੀਵੀ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ।